ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਅਤੇ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ, ਅਤੇ ਜਗਜੀਤ ਸਿੰਘ ਲੰਡਨ, ਭਰਪੂਰ ਸਿੰਘ ਅਤੇ ਸਰਦਾਰ ਹਰਜਾਪ ਸਿੰਘ ਅਤੇ ਬਲਵੀਰ ਸਿੰਘ ਉਸਮਾਨਪੁਰ ਵੱਲੋਂ ਅਮਰੀਕਾ ਤੋਂ। ਅਤੇ ਜਿਹੜੇ ਵੀਰ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਅਤੇ ਉਹ ਚਾਹੁੰਦੇ ਨੇ ਕਿ ਤੁਹਾਨੂੰ ਲੋਕਲ ਹੀ ਕੰਮ ਮਿਲੇ, ਤਾਂ ਤੁਸੀਂ 206 354 40 60 ਅਤੇ 2532666924 'ਤੇ ਵਾਸ਼ਿੰਗਟਨ ਫਰੇਟ ਸਰਵਿਸ ਦੇ ਵਿੱਚ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਕੱਲ੍ਹ ਈਦ ਦੀ ਗੱਲ ਕਰੀਏ। ਖੁਸ਼ੀਆਂ ਦਾ ਤਿਉਹਾਰ ਹੁੰਦਾ ਹੈ, ਹਰ ਕੋਈ ਬੰਦਾ ਇੱਕ ਦੂਜੇ ਦੇ ਗੱਲ ਲੱਗ ਕੇ ਮੁਬਾਰਕਬਾਦ ਦਿੰਦਾ ਹੈ, ਪਰ ਯੂਪੀ ਬਿਹਾਰ ਤੋਂ ਘੁੰਮਦਾ ਘੁਮਾਉਂਦਾ ਇਹ ਤਣਾਅ ਹੈ ਜਿਹੜਾ ਰਾਜਸਥਾਨ ਦੇ ਵਿੱਚ ਵੀ ਪੈਰ ਪਸਾਰ ਗਿਆ। ਬਿਲਕੁਲ ਦਾਨੇਲੀਆ ਸਾਹਿਬ, ਸਾਡੇ ਮਸ਼ਹੂਰ ਸ਼ਾਇਰ ਦਾ ਇੱਕ ਗੀਤ ਹੈ, ਮਜਬ ਨਹੀਂ ਸਿਖਾਤਾ ਆਪਸ में बैर रखना, हिंदी है हम हिंदुस्तान हमारा। ਇਹ ਮੇਰੇ ਖਿਆਲ ਮੁਤਾਬਕ ਇਕਬਾਲ ਹੋਰਾਂ ਦਾ ਹੈ। ਇਕਬਾਲ ਦਾ ਹੀ, ਬਿਲਕੁਲ। ਭਾਵੇਂ ਇਕਬਾਲ ਹੋਰੀ ਆਪ ਬਾਅਦ ਦੇ ਵਿੱਚ ਜਦੋਂ ਡਿਵੀਜ਼ਨ ਹੋਈ ਆ ਉਹ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਸੀ, ਇਹ ਮੰਨਿਆ ਜਾਂਦਾ, ਪਰ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹ ਗੱਲ ਬਿਲਕੁਲ ਠੀਕ ਕਹੀ ਹੈ। ਧਰਮ ਕੋਈ ਵੀ ਹੋਵੇ ਜੀ, ਮੁਸਲਿਮ ਧਰਮ ਹੋਵੇ, ਈਸਾਈ ਧਰਮ ਹੋਵੇ, ਹਿੰਦੂ ਧਰਮ ਹੈ, ਚਾਹੇ ਸਾਡਾ ਸਿੱਖ ਧਰਮ ਹੈ ਜੀ। ਵੈਸੇ ਹਿੰਦੂ ਕੋਈ ਧਰਮ ਨਹੀਂ, ਧਰਮ ਹੈ ਸਨਾਤਨ ਜੀ। ਹਿੰਦੂ ਜਿਹੜੀ ਹੈਗੀ ਹੈ, ਆਪਾਂ ਜਿਹੜਾ ਸ਼ਬਦ ਹੈ ਇਹਨੂੰ ਆਪਾਂ ਕਹਾਂਗੇ ਵੇ ਆਫ ਲਾਈਫ ਜੀ, ਜ਼ਿੰਦਗੀ ਜਿਉਣ ਦਾ ਇੱਕ ਢੰਗ ਹੈ ਜਿਹੜਾ, ਉਹਨੂੰ ਅਸੀਂ ਹਿੰਦੂ ਕਹਿ ਦਿੰਦੇ ਹਾਂ ਜੀ। ਸਨਾਤਨੀ ਧਰਮ ਹੈ। ਸਿੱਖਾਂ ਦਾ ਧਰਮ ਜਦੋਂ ਗੁਰੂ ਪੁਰਬ ਆਉਂਦੇ ਹੈ, ਗੁਰੂਆਂ ਦੇ ਦਿਨ ਆਉਂਦੇ ਹੈ, ਵੱਡੇ ਵੱਡੇ ਤਿਉਹਾਰ ਆਉਂਦੇ ਆ, ਖਾਲਸਾ ਸਾਜਨਾ ਦਿਵਸ ਆਉਂਦਾ ਹੈ, ਉਦੋਂ ਅਸੀਂ ਕਿੰਨੇ ਪਿਆਰ ਅਤੇ ਸਤਿਕਾਰ ਦੇ ਨਾਲ ਮਨਾਉਂਦੇ ਹਾਂ ਜੀ। ਪਰ ਇਕੱਲੇ ਅਸੀਂ ਨਹੀਂ ਮਨਾਉਂਦੇ, ਸਾਡੇ ਨਾਲ ਸਾਰੇ ਭਾਈਚਾਰੇ ਮਨਾਉਂਦੇ ਹੈ। ਇਹ ਗੱਲ ਆਪਾਂ ਦੇਖਿਆ ਵੀ ਸਾਰੀ ਦੁਨੀਆ ਦੇ ਵਿੱਚ ਹੀ ਮਨਾਈ ਜਾਂਦੀ ਜੀ। ਕਿੰਨੇ ਵਾਰੀ ਆਪਾਂ ਖਬਰਾਂ ਪੜ੍ਹਦੇ, ਸੁਣਦੇ ਹਾਂ, ਦੇਖਦੇ ਹਾਂ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜੀ ਖਾਲਸਾ ਸਾਜਨਾ ਦਿਵਸ ਦੀ ਪਰੇਡ ਦੇ ਵਿੱਚ ਉਹ ਵੀ ਭਾਗ ਲੈਂਦੇ। ਇਹ ਵੀ ਅਸੀਂ ਦੇਖਿਆ ਕਿ ਖਾਲਸਾ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਜੀ ਜਿਹੜੀਆਂ ਕੈਨੇਡਾ ਦੀਆਂ ਜਿਹੜੀਆਂ ਵੱਖ-ਵੱਖ ਟੈਰੀਟਰੀਜ਼ ਹੈਗੀਆਂ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ, ਸੁਣਿਆ ਗਿਆ। ਇਹੀ ਚੀਜ਼ ਆਪਾਂ ਦੇਖੀ ਤਾਂ ਮੁਸਲਮਾਨਾਂ ਲਈ ਈਦ ਬਹੁਤ ਮਹੱਤਵਪੂਰਨ ਦਿਵਸ ਹੈ ਜੀ। ਜਿਵੇਂ ਕ੍ਰਿਸਮਸ ਡੇ ਈਸਾਈਆਂ ਲਈ ਹੈ ਔਰ ਰਾਮ ਨੌਮੀ ਵਗੈਰਾ ਇਹ ਹਿੰਦੂ ਭਾਈਚਾਰੇ ਲਈ ਹੈ, ਜਿਵੇਂ ਉਹਨਾਂ ਲਈ ਹੈ। ਹੁਣ ਇਸ ਮੌਕੇ ਦੇ ਉੱਤੇ ਇਸ ਕਿਸਮ ਦੀ ਗੜਬੜ ਹੋਣਾ, ਇਹ ਗੱਲ ਚੰਗੀ ਨਹੀਂ ਜੀ। ਗੜਬੜ ਸ਼ੁਰੂ ਕਿੱਥੋਂ ਹੋਈ ਹੈ? ਅਸਲ ਦੇ ਵਿੱਚ ਹੋਇਆ ਇਹ ਕਿ ਜੋਧਪੁਰ ਦੇ ਵਿੱਚ ਇੱਕ ਫਰੀਡਮ ਫਾਈਟਰ ਦਾ ਬੁੱਤ ਲੱਗਿਆ ਹੋਇਆ। ਅੱਛਾ ਜੀ। ਗੇਟ ਵੀ ਬਣਿਆ ਹੋਇਆ, ਬੁੱਤ ਵੀ ਲੱਗਿਆ ਹੋਇਆ। ਔਰ ਈਦ ਦੇ ਮੌਕੇ ਦੇ ਉੱਤੇ ਜਿਵੇਂ ਆਪਾਂ ਝੰਡੀਆਂ ਲਾਉਣੇ ਆ, ਝੰਡੇ ਲਾਉਣੇ ਆ, ਹਾਂਜੀ, ਮੁਸਲਿਮ ਭਾਈਚਾਰੇ ਨੇ ਵੀ ਉੱਥੇ ਝੰਡੇ ਲਾਉਣ ਲੱਗ ਗਏ ਜੀ। ਕਿਤੇ ਜਿਹੜੇ ਪ੍ਰਬੰਧਕ ਸੀ ਜਾਂ ਜਿਹੜੇ ਮੁੰਡਿਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ, ਉਹਨਾਂ ਨੇ ਉਸ ਬੁੱਤ ਦੇ ਉੱਤੇ ਵੀ ਝੰਡੇ ਲਾਤੇ। ਅੱਛਾ ਜੀ। ਬਸ ਉੱਥੋਂ ਫਿਰ ਗੜਬੜ ਸ਼ੁਰੂ ਹੋਈ। ਅੱਛਾ ਜੀ। ਤੇ ਉਹ ਗੜਬੜ ਸ਼ੁਰੂ ਹੋ ਕੇ ਹੁਣ ਤੱਕ 10 ਥਾਣਿਆਂ ਦੇ ਵਿੱਚ ਕਹਿੰਦੇ ਕਰਫਿਊ ਲੱਗ ਗਿਆ ਸੀ ਔਰ ਕਈ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ ਸੀ ਜੀ। ਕੁਝ ਗ੍ਰਿਫਤਾਰੀਆਂ ਵੀ ਹੋਈਆਂ। ਖੁਸ਼ਕਿਸਮਤੀ ਹੈ ਕਿ ਕਿਸੇ ਕਿਸਮ ਦੀ ਕੈਜੂਅਲਟੀ ਨਹੀਂ ਹੋਈ। ਅੱਛਾ ਜੀ। ਔਰ ਆਪਾਂ ਜਾਣਦੇ ਹਾਂ ਕਿ ਕਾਂਗਰਸ ਪਾਰਟੀ ਦਾ ਰਾਜ ਭਾਗ ਹੈ ਜਿਹੜਾ, ਉਹ ਲਗਭਗ ਖਤਮ ਹੀ ਹੈ ਜੀ। ਕੇਂਦਰ ਦੇ ਵਿੱਚ ਤਾਂ ਅਜੇ ਕਾਂਗਰਸ ਪਾਰਟੀ ਨੇੜੇ ਤੇੜੇ ਵੀ ਹੈ ਨਹੀਂ। 2014 ਦੀ ਚੋਣ ਤੋਂ ਬਾਅਦ ਕਾਂਗਰਸ ਬੇਦਖਲ ਹੋਈ ਵੀ ਹੈ ਤੇ ਨੇੜੇ ਭਵਿੱਖ ਦੇ ਵਿੱਚ ਮੈਨੂੰ ਕੋਈ ਚਾਂਸ ਦਿਖਦੇ ਵੀ ਨਹੀਂ, ਜਿਸ ਕਿਸਮ ਦੀ ਉਹਦੀ ਲੀਡਰਸ਼ਿਪ ਹੈ ਤੇ ਲੀਡਰਸ਼ਿਪ ਦਾ ਜੋ ਜਿਹਾ ਕਾਰ ਵਿਹਾਰ ਹੈ। ਕੁੱਲ ਮਿਲਾ ਕੇ ਜੇ ਦੇਖੀਏ ਤਾਂ ਕਾਂਗਰਸ ਪਾਰਟੀ ਕੋਲੋਂ ਪੰਜਾਬ ਵੀ ਨਿਕਲ ਗਿਆ। ਫਿਰ ਰਹਿ ਗਿਆ ਤੁਹਾਡਾ ਰਾਜਸਥਾਨ ਦੇ ਨਾਲ ਆਪਾਂ ਦੇਖੀ ਰਹਿ ਗਿਆ ਛੱਤੀਸਗੜ੍ਹ ਜੀ, ਜਿੱਥੇ ਮੁਕੰਮਲ ਤੌਰ ਤੇ ਸਰਕਾਰ ਹੈ। ਉਧਰ ਜੇ ਆਪਾਂ ਦੇਖੀਏ ਝਾਰਖੰਡ ਦੇ ਵਿੱਚ ਵੀ ਕੋਲੀਸ਼ਨ ਦੇ ਹਿੱਸੇਦਾਰ ਹੈ ਔਰ ਮਹਾਰਾਸ਼ਟਰ ਦੇ ਵਿੱਚ ਵੀ ਕੋਲੀਸ਼ਨ ਦੇ ਹਿੱਸੇਦਾਰ ਹੈ ਜੀ। ਇਹ ਤੋਂ ਬਾਅਦ ਕੁਛ ਹੈ ਨਹੀਂ, ਕਿਉਂਕਿ ਕਾਂਗਰਸ ਮੁਕਤ ਭਾਰਤ ਇਹ ਨਰਿੰਦਰ ਮੋਦੀ ਸਾਹਿਬ ਦਾ ਨਾਅਰਾ ਹੈ ਜੀ। ਤੇ ਉਸ ਨਾਅਰੇ ਨੂੰ ਅਮਲੀ ਰੂਪ ਦੇਣ ਵਾਸਤੇ ਹੁਣ ਸਹਾਰਾ ਕਾਹਦਾ ਲਿਆ ਜਾ ਰਿਹਾ ਕਿ ਕਾਂਗਰਸ ਪਾਰਟੀ ਨੂੰ ਉਹਨਾਂ ਦੀਆਂ ਸਟੇਟਾਂ ਦੇ ਵਿੱਚ ਹਰਾਇਆ ਜਾਵੇ ਜੀ। ਵਿਧਾਨ ਸਭਾ ਦੀਆਂ ਚੋਣਾਂ ਵੀ ਆਉਣਗੀਆਂ, ਪਾਰਲੀਮੈਂਟ ਦੀਆਂ ਚੋਣਾਂ ਵੀ ਆਉਣਗੀਆਂ ਔਰ ਇਹ ਰਾਜ ਆਪਣੇ ਕਬਜ਼ੇ 'ਚ ਕੀਤਾ ਜਾਵੇ ਜੀ। ਇਹਨੂੰ ਕਬਜ਼ੇ 'ਚ ਕਰਨ ਦਾ ਤਰੀਕਾ ਕਰ ਕੀ ਹੈ? ਕਬਜ਼ਾ ਬਰਕਰਾਰ ਕਿਵੇਂ ਰੱਖਣਾ? ਆਪਾਂ ਦੇਖੋ
ਆ ਜਿਹੜੀਆਂ ਪੰਜ ਰਾਜਾਂ ਦੀਆਂ ਚੋਣਾਂ ਹੋਈਆਂ ਜੀ, ਪੰਜਾਬ ਦੇ ਨਾਲ ਯੂਪੀ 'ਚ ਵੀ ਚੋਣਾਂ ਹੋਈਆਂ। ਹੂੰ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦਾ ਕਿੱਡਾ ਵੱਡਾ ਕਾਂਡ ਹੋਇਆ ਸੀ। ਜੀ, ਉਸ ਕਾਂਡ ਨੂੰ ਮੱਦੇ ਨਜ਼ਰ ਰੱਖਦਿਆਂ ਹੂੰ ਇਸ ਨਤੀਜੇ ਤੇ ਪਹੁੰਚੇ ਸੀ ਬਹੁਤ ਸਾਰੇ ਲੋਕ ਜੀ, ਕਿ ਯੂਪੀ ਦੇ ਵਿੱਚ ਐਤਕੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਪੁੱਟਿਆ ਜਾਊਗਾ ਜੀ, ਤੇ ਉੱਥੇ ਕੋਈ ਹੋਰ ਪਾਰਟੀ ਹੈ ਜਿਹੜੀ ਉਹ ਆਪਦੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜੂ। ਜੀ, ਲੇਕਿਨ ਇਹਦੇ ਬਾਵਜੂਦ ਵੀ ਹੂੰ ਉਹ ਕਾਮਯਾਬ ਨਹੀਂ ਹੋਏ। ਦੂਜੀਆਂ ਪਾਰਟੀਆਂ ਵਾਲੇ ਭਾਰਤੀ ਜਨਤਾ ਪਾਰਟੀ ਫੇਰ ਰਿਪੀਟ ਕਰ ਗਈ। ਜੀ, ਸੀਟਾਂ ਭਾਵੇਂ ਪਹਿਲਾਂ ਨਾਲੋਂ ਘਟ ਗਈਆਂ। ਹੂੰ ਇਹਦੇ ਹੋਰ ਕਾਰਨ ਵੀ ਹੈਗੇ ਕਾਫੀ ਸਾਰੇ, ਜੀ, ਜਿਵੇਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ, ਹੂੰ ਉਹਨੂੰ ਜਿਸ ਤਰ੍ਹਾਂ ਦਾ ਆਪਾਂ ਨੂੰ ਪਤਾ ਬਲੈਕਮੇਲ ਕੀਤਾ ਜਾਂਦਾ, ਡਰਾਇਆ ਧਮਕਾਇਆ ਜੀ, ਜਾਂਦਾ, ਬਿਲਕੁਲ। ਵੱਖ-ਵੱਖ ਸਮੇਂ ਦੇ ਉੱਤੇ ਕੀਤੀ, ਉਹ ਪੈਸਿਵ ਹੋ ਗਈ। ਹੂੰ ਉਹਨੇ ਉਸ ਕਿਸਮ ਦੀ ਜਿਹੜੀ ਇੱਕ ਸਰਗਰਮੀ ਦਿਖਾਉਣੀ ਸੀ ਉਹ ਨਹੀਂ ਦਿਖਾਈ ਜੀ, ਤੇ ਉਹਦਾ ਨਤੀਜਾ ਹੋਇਆ ਭਾਰਤੀ ਜਨਤਾ ਪਾਰਟੀ ਨੂੰ ਤਾਂ ਬੈਨੀਫਿਟ ਮਿਲਿਆ। ਹੂੰ ਲੇਕਿਨ ਵੱਡੀ ਗੱਲ ਹੈ ਕਿ ਜਿਹੜੀ ਉੱਥੇ ਉਹਨਾਂ ਨੇ ਪੋਲਰਾਈਜੇਸ਼ਨ ਕੀਤੀ ਹੈ, ਜੀ, ਕਮਿਊਨਲ ਪੋਲਰਾਈਜੇਸ਼ਨ। ਭਾਰਤ ਦੇ ਵਿੱਚ ਆਪਾਂ ਦੇਖੀਏ ਕਦੇ ਵੀ ਭਾਰਤੀ ਜਨਤਾ ਪਾਰਟੀ ਉਨੀ ਦੇਰ ਤੱਕ ਪਾਵਰ 'ਚ ਨਹੀਂ ਆ ਸਕਦੀ ਹੂੰ ਜਿੰਨੀ ਦੇਰ ਤੱਕ ਪੋਲੀਟੀਕਲ ਪੋਲਰਾਈਜੇਸ਼ਨ ਨਹੀਂ ਹੁੰਦੀ ਜੀ, ਕਮਿਊਨਲ ਆਧਾਰ ਦੇ ਉੱਤੇ। ਹੁਣ ਤੁਸੀਂ ਇਹ ਦੇਖੋ, ਜਦੋਂ 2019 ਦੀਆਂ ਚੋਣਾਂ ਹੋਈਆਂ, ਜੀ, 2019 ਦੀਆਂ ਚੋਣਾਂ ਤੋਂ ਪਹਿਲਾਂ ਜੀ, ਮਹਿੰਗਾਈ, ਲਾ ਕਾਨੂੰਨੀ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖੀਏ, ਹੂੰ ਨੋਟਬੰਦੀ ਹੋ ਗਈ, ਕਾਰੋਬਾਰੀਆਂ ਦਾ ਕੰਮ ਖੜ ਗਿਆ, ਲੱਗਦਾ ਸੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਊਗੀ। ਨਾ, ਨਾਲ ਦੀ ਨਾਲ ਹੀ ਪੁਲਵਾਮਾ ਦੇ ਵਿੱਚ ਪੁਲਵਾਮਾ। ਕਾਂਡ ਹੁੰਦਾ ਹੈ, ਹੂੰ 40 ਉੱਥੇ ਸਾਡੇ CRPF ਦੇ ਜਵਾਨ ਮਾਰੇ ਜਾਂਦੇ ਹੈ। ਜੀ, ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਕਹਿਤਾ ਕਿ ਚੋਣਾਂ ਸਿਰ ਤੇ ਸੀ ਕਿ ਇਸ ਘਟਨਾਕ੍ਰਮ ਨੂੰ ਪੋਲੀਟੀਕਲ ਮਕਸਦ ਵਾਸਤੇ ਨਹੀਂ ਇਸਤੇਮਾਲ ਕਰਨਾ। ਜੀ, ਲੇਕਿਨ ਜਦੋਂ ਭਾਰਤੀ ਜਨਤਾ ਪਾਰਟੀ ਵਾਲੇ ਵੱਡੀਆਂ ਰੈਲੀਆਂ ਕਰਦੇ ਸੀ, ਕੌਮੀ ਪੱਧਰ ਦੇ ਲੀਡਰ ਆਉਂਦੇ ਸੀ, ਹੂੰ ਉੱਥੇ ਫਲੈਕਸਾਂ ਲਾਈਆਂ ਜਾਂਦੀਆਂ ਸੀ ਤੇ ਉਹਨਾਂ ਫਲੈਕਸਾਂ ਦੇ ਉੱਤੇ ਜੀ, ਜਿਹੜੇ ਨੌਜਵਾਨ ਸ਼ਹੀਦ ਹੋਏ ਸੀ ਸਾਡੇ CRPF ਦੇ ਜਵਾਨ, ਜੀ। ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਸੀ। ਫਿਰ ਜਿਹੜੀ ਆ ਬਾਲਾਕੋਟ ਸਟ੍ਰਾਈਕ ਕੀਤੀ, ਉਹਦੇ ਨਾਲ ਇਸ ਢੰਗ ਦੇ ਨਾਲ ਲੋਕਾਂ ਦੇ ਜਜ਼ਬਾਤ ਉਭਾਰੇ ਗਏ ਕਿ ਉਧਰ ਕਿ ਮਤਲਬ ਜੇ ਪਾਕਿਸਤਾਨ ਨੂੰ ਸਬਕ ਸਿਖਾ ਸਕਦਾ ਤਾਂ ਨਰਿੰਦਰ ਮੋਦੀ ਮੋਦੀ ਸਿਖਾਦਾ, ਹੋਰ ਕੋਈ ਨਹੀਂ ਸਿਖਾ ਸਭ ਕੁਝ ਭੁੱਲ ਜਾਓ। ਹੂੰ ਲੇਕਿਨ ਇਹ ਜਿਹੜਾ ਹੈਗਾ ਪਾਕਿਸਤਾਨ ਨੂੰ ਸਬਕ ਸਿਖਾਉਣ ਵਾਲੇ ਬੰਦੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਓ। ਜੀ, ਤੇ ਮੋਦੀ ਸਾਹਿਬ ਕਿੱਡੇ ਵੱਡੇ ਫਰਕ ਨਾਲ ਜਿੱਤੇ। ਹੂੰ ਇਹੀ ਕੁਝ ਯੂਪੀ ਦੇ ਵਿੱਚ ਹੋਇਆ ਸੀ। ਜੀ, ਤੇ ਹੁਣ ਆਪਾਂ ਨਵੀਂ ਗੱਲ ਦੇਖੀਏ ਜਿਹੜੀ ਹੂੰ ਰਾਮ ਨੌਮੀ ਦੇ ਮੌਕੇ ਦੇ ਉੱਤੇ, ਜੀ, ਰਾਮ ਨੌਮੀ ਦੇ ਮੌਕੇ ਦੇ ਉੱਤੇ ਜਲੂਸ ਨਿਕਲਦੇ ਹੈ। ਹੂੰ ਰਾਮ ਨੌਮੀ ਦੇ ਮੌਕੇ ਦੇ ਉੱਤੇ ਤੁਸੀਂ ਦੇਖੋ ਵੱਖ-ਵੱਖ ਥਾਵਾਂ ਤੇ ਟੈਨਸ਼ਨ ਹੁੰਦੀ ਹੈ, ਹਾਂਜੀ, ਪ੍ਰੋਬਲਮ ਕ੍ਰੀਏਟ ਕੀਤੀ ਜਾਂਦੀ ਹੈ। ਕਿੰਨੇ ਰਾਜਾਂ ਦੇ ਵਿੱਚ ਗੜਬੜ ਹੋਈ ਹੈ। ਹੂੰ ਰਾਮ ਨੌਮੀ ਦੇ ਮੌਕੇ ਦੇ ਉੱਤੇ ਗੁਜਰਾਤ ਤੋਂ ਲੈ ਕੇ ਜੀ, ਮੱਧ ਪ੍ਰਦੇਸ਼, ਰਾਜਸਥਾਨ ਵਗੈਰਾ ਇਹ ਸਾਰਾ ਕੁਝ ਆਪਾਂ ਦੇਖਦੇ ਰਹੇ। ਹੂੰ ਇਹ ਸਾਰੀ ਗੜਬੜ ਹੋਈ ਵੀ ਹੈ। ਜੀ, ਔਰ ਉਸੇ ਤਰੀਕੇ ਨਾਲ ਜੇ ਆਪਾਂ ਹੁਣ ਦੇਖੀਏ ਹੂੰ ਤਾਂ ਰਾਜਸਥਾਨ ਦੇ ਵਿੱਚ ਵੀ ਜੋ ਕੁਛ ਇਹ ਹੋ ਰਿਹਾ ਹੈ, ਜੀ, ਇਹ ਰਾਜਸਥਾਨ ਦੇ ਵਿੱਚ ਸੁੱਤੇ ਸਿੱਧ ਨਹੀਂ ਹੋ ਰਿਹਾ। ਹੂੰ ਇਹ ਇੱਕ ਪਲਾਨਿੰਗ ਹੈ, ਇੱਕ ਯੋਜਨਾ ਹੈ। ਉਸ ਯੋਜਨਾ ਦੇ ਤਹਿਤ ਹੋ ਰਿਹਾ। ਪਿਛਲੇ ਦਿਨਾਂ 'ਚ ਜੀ, ਇੱਕ ਖਬਰ ਇਹ ਵੀ ਆ ਗਈ ਸੀ ਕਿ ਕੁਝ ਮੁਸਲਮਾਨ ਮੁੰਡੇ ਹੂੰ ਜਿਹੜੇ ਹੈਗੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਟੋਪੀਆਂ ਲੱਗੀਆਂ ਹੋਈਆਂ, ਜੀ, ਉਹਨਾਂ ਨੇ ਹਿੰਦੂ ਮੰਦਰਾਂ ਦੇ ਵਿੱਚ ਕੋਈ ਛੇੜਖਾਨੀ ਕੀਤੀ। ਛੇੜਖਾਨੀ ਕੀਤੀ ਹੈ, ਬਿਲਕੁਲ। ਪਰ ਬਾਅਦ ਦੇ ਵਿੱਚ ਜਦੋਂ CCTV ਦੇ ਰਾਹੀਂ ਪਛਾਣਿਆ ਗਿਆ, ਹੂੰ ਟੋਪੀਆਂ ਜ਼ਰੂਰ ਉਹਨਾਂ ਦੇ ਉੱਤੇ ਉਹ ਜਿਹੜੀਆਂ ਛੋਟੀਆਂ ਟੋਪੀਆਂ ਲੱਗੀਆਂ ਸੀ, ਸਕਲ ਟੋਪੀਆਂ, ਜੀ, ਜੀ, ਮੁਸਲਮਾਨਾਂ ਵਾਲੀਆਂ, ਹੂੰ ਪਹਿਰਾਵਾ ਜ਼ਰੂਰ ਮੁਸਲਮਾਨਾਂ ਵਾਲਾ ਸੀ, ਲੇਕਿਨ ਉਹ ਬੰਦੇ ਮੁਸਲਮਾਨ ਨਹੀਂ ਸੀ, ਨਹੀਂ ਸੀਗੇ। ਉਹ ਕਿਸੇ ਹੋਰ ਧਰਮ ਦੇ ਸੀਗੇ। ਸੋ ਕੁੱਲ ਮਿਲਾ ਕੇ ਜੋ ਕੁਝ ਉੱਥੇ ਹੋਇਆ ਹੈ, ਇਹਦਾ ਹੋਣ ਦਾ ਵੱਡਾ ਕਾਰਨ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਇਸ ਮੁਲਕ ਦੇ ਵਿੱਚ ਕਮਿਊਨਲ ਆਧਾਰ ਦੇ ਉੱਤੇ ਇੱਕ ਕਤਾਰਬੰਦੀ ਕੀਤੀ ਜਾਵੇ ਜੀ, ਔਰ ਉਸ ਕਤਾਰਬੰਦੀ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਇਸਤੇਮਾਲ ਕੀਤਾ ਜਾਏ। ਸੋ ਹੁਣ ਇੱਥੇ ਤਾਂ ਗੱਲ ਹੋ ਗਈ, ਆਪਾਂ ਉੱਥੋਂ ਦੀ ਗੱਲ ਕਰੀ। ਹੁਣ ਪੰਜਾਬ ਦੇ ਵਿੱਚ ਵੀ ਮਸਲਾ ਉੱਠਿਆ। ਅਖੀਰ ਫਿਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਪਿਆ ਕਿ ਬੇਸ਼ੱਕ ਪੰਜਾਬ ਦੀ ਧਰਤੀ ਬੜੀ ਉਪਜਾਊ ਹੈ। ਉਪਜਾਊ ਗੱਲ ਕਹਿ ਕੇ ਉਹਨਾਂ ਨੇ ਦੋ ਗੱਲਾਂ ਵੱਲ ਇਸ਼ਾਰਾ ਕਰ ਗਏ, ਪਰ ਕਹਿੰਦੇ ਇੱਥੇ ਨਫ਼ਰਤ ਦਾ ਜਿਹੜੀ ਆ ਫਸਲ ਉਹ ਨਹੀਂ ਉੱਗਣ ਦਿਆਂਗੇ। ਦੇਖੋ, ਬਹੁਤ ਵਧੀਆ ਗੱਲ ਹੈ ਮੁੱਖ ਮੰਤਰੀ ਦੀ ਇਹ ਗੱਲ ਕਹਿਣੀ, ਬਹੁਤ ਵੱਡੀ ਗੱਲ ਹੈ ਜੀ। ਔਰ ਖਾਸ ਕਰਕੇ ਜਦੋਂ ਅਸੀਂ ਪਟਿਆਲੇ ਵਾਲੇ ਘਟਨਾਕ੍ਰਮ ਨੂੰ ਦੇਖਦੇ ਹਾਂ, ਪਟਿਆਲੇ ਵਾਲੇ ਘਟਨਾਕ੍ਰਮ ਦੇ ਨਾਲ ਇੱਕ ਡਰ ਪੈਦਾ ਹੋ ਗਿਆ ਸੀ, ਲੋਕਾਂ ਦੇ ਵਿੱਚ ਇੱਕ ਸਹਿਮ ਪੈਦਾ ਹੋ ਗਿਆ ਸੀ ਜੀ। ਆਪਾਂ ਪਹਿਲਾਂ ਵੀ ਵਿਸਥਾਰ ਨਾਲ ਗੱਲ ਕੀਤੀ ਹੈ ਵੀ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਕਈ ਦਿਨ ਬੰਦ ਰਹਿੰਦਾ ਹੁੰਦਾ ਸੀ। ਇੱਕ ਜ਼ਮਾਨਾ ਹੁੰਦਾ ਸੀ ਜਦੋਂ ਆਪ ਮੁਹਾਰੇ ਕਰਫਿਊ ਲੱਗ ਜਾਂਦਾ ਸੀ ਜੀ, ਐਲਾਨੇ ਕਰਫਿਊ ਲੱਗ ਜਾਂਦੇ ਸੀ। ਔਰ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਕਿ ਜਦੋਂ ਬੱਲਾਂ ਵਾਲੇ ਬਾਬਾ ਜੀ ਨੂੰ ਆਸਟਰੀਆ ਦੇ ਵਿੱਚ ਕਤਲ ਕੀਤਾ ਹੈ, ਉਸ ਵੇਲੇ ਦੁਆਬੇ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈਗੀ ਭੰਨ ਤੋੜ ਹੋਈ ਸੀ। ਬਿਲਕੁਲ। ਕਰਫਿਊ ਉੱਥੇ ਵੀ ਲਾਉਣਾ ਪੈ ਗਿਆ ਸੀ। ਲੇਕਿਨ ਪਟਿਆਲੇ ਵਰਗੇ ਸ਼ਹਿਰ ਦੇ ਵਿੱਚ ਜਦੋਂ ਹੁਣ ਕਰਫਿਊ ਲੱਗਿਆ ਪੀਸਫੁਲ ਹਾਲਾਤਾਂ ਦੇ ਵਿੱਚ, ਤੇ ਚਿੰਤਾ ਉਦੋਂ ਹਰ ਪੀਸਫੁਲ ਬੰਦੇ ਨੂੰ ਸੀ ਬਿਲਕੁਲ, ਕਿ ਇਹ ਜਿਹੜਾ ਅਮਨ ਪਸੰਦ ਸ਼ਹਿਰੀ ਆ ਉਹ ਡਰਿਆ ਹੋਇਆ ਸੀ ਕਿ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਫੇਰ ਕੀਤੀ ਜਾ ਰਹੀ ਹੈ। ਜੀ।
ਔਰ ਆਪਾਂ ਦੇਖਿਆ ਕਿ ਕੋਸ਼ਿਸ਼ ਜਿਹੜੀ ਹੈ ਕੋਈ ਇੱਕ ਧਿਰ ਨਹੀਂ ਕਰਦੀ, ਕੋਸ਼ਿਸ਼ਾਂ ਦੋਨੇ ਧਿਰਾਂ ਕਰਦੀਆਂ ਹੁੰਦੀਆਂ। ਇੱਕ ਪੰਜਾਬੀ ਦਾ ਮੁਹਾਵਰਾ ਹੈ ਕਿ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ। ਬਿਲਕੁਲ, ਕੋਈ ਪਹਿਲ ਕਰ ਦਿੰਦਾ, ਕੋਈ ਉਹਦੇ ਮਗਰ ਚੱਲ ਪੈਂਦਾ ਹੈ। ਔਰ ਜੋ ਕੁਛ ਉਹਨੇ ਗੱਲਾਂ ਖੁੱਲ੍ਹ ਕੇ ਸਾਰੀਆਂ ਸਾਹਮਣੇ ਆ ਗਈਆਂ। ਜਿਹੜਾ ਹਿੰਦੂ ਸ਼ਿਵ ਸੈਨਾ ਦਾ ਜਾਂ ਕੀ ਸ਼ਿਵ ਸੈਨਾ ਬਾਲ ਠਾਕਰੇ ਦਾ ਜਿਹੜਾ ਪ੍ਰਧਾਨ ਸੀਗਾ, ਕਰਤਾ ਧਰਤਾ ਕਹਿੰਦਾ ਸੀਗਾ ਕਿ ਉਹਦਾ ਨਾਂ ਹੈਗਾ ਸਿੰਗਲਾ, ਹਰੀਸ਼ ਸਿੰਗਲਾ ਸੀ। ਉਹ ਹਰੀਸ਼ ਸਿੰਗਲਾ ਜਿਹੜਾ ਹੈਗਾ, ਜਿਹਨੂੰ ਨਾਲ ਦੀ ਨਾਲ ਹੀ ਉਦੋਂ ਨਹੀਂ ਕੱਢਤਾ ਸੀ। ਉਸ ਹਰੀਸ਼ ਸਿੰਗਲੇ ਦਾ ਜਿਹੜਾ ਅਸਲ ਪ੍ਰੈਜ਼ੀਡੈਂਟ ਹੈ ਪੰਜਾਬ ਦਾ, ਉਹਦਾ ਨਾਂ ਹੈ ਯੋਗੇਸ਼ ਸ਼ਰਮਾ ਜੀ। ਯੋਗੇਸ਼ ਸ਼ਰਮਾ ਇਸ ਘਟਨਾਕ੍ਰਮ ਤੋਂ 1-2 ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮਿਲਦਾ ਹੈ। ਅੱਛਾ ਜੀ। ਔਰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮਿਲ ਕੇ ਉਹ ਪਟਿਆਲੇ ਦੇ ਹਾਲਾਤ ਤੋਂ ਜਾਣੂ ਕਰਾਉਂਦਾ ਹੈ। 1-2 ਬੰਦੇ ਉਹਦੇ ਨਾਲ ਹੋਰ ਵੀ ਸੀ। ਉਹ ਡੀਜੀਪੀ ਸਾਹਿਬ ਨੂੰ ਕਹਿੰਦਾ ਕਿ ਜਿਹੜਾ ਇਹ ਸੁਨੀਲ ਸਿੰਗਲਾ ਨਾ, ਹਰੀਸ਼ ਸਿੰਗਲਾ ਹੈ, ਇਹ ਹਰੀਸ਼ ਸਿੰਗਲਾ ਗੜਬੜ ਕਰੂਗਾ। ਇਹ ਜਿਵੇਂ ਖਾਲਸ ਆਪਣੇ ਜਿਹੜੇ ਉਹ ਸਿੱਖ ਧਿਰ ਵਾਲੇ ਕਹਿੰਦੇ ਹੈ ਕਿ ਅਸੀਂ ਖਾਲਿਸਤਾਨ ਜਿੰਦਾਬਾਦ ਦਾ ਦਿਨ ਮਨਾਉਣਾ ਹੈ, ਔਰ ਐਲਾਨਨਾਮੇ ਦੇ ਰੂਪ ਦੇ ਵਿੱਚ ਉਸੇ ਢੰਗ ਦੇ ਨਾਲ ਉਹਨੇ ਕਹਿਤਾ ਕਿ ਮੈਂ ਖਾਲਿਸਤਾਨ ਮੁਰਦਾਬਾਦ ਵਾਲੀ ਗੱਲ ਕਰੂੰਗਾ। ਹੁਣ ਜਿਹੜਾ ਅਧਿਕਾਰਤ ਪ੍ਰੈਜ਼ੀਡੈਂਟ ਹੈ, ਜੇ ਉਹ ਡੀਜੀਪੀ ਨੂੰ ਜਾ ਕੇ ਮਿਲ ਕੇ ਕਹਿੰਦਾ ਕਿ ਡੀਜੀਪੀ ਸਾਹਿਬ ਹਾਲਾਤ ਨੂੰ ਸੰਭਾਲ ਲਓ, ਹਾਲਾਤ ਫਿਰ ਵਿਗੜ ਗਏ, ਤਾਂ ਚਿੰਤਾ ਵਾਲੀ ਗੱਲ ਤਾਂ ਹੈ ਹੀ। ਬਿਲਕੁਲ ਚਿੰਤਾ ਵਾਲੀ ਗੱਲ ਹੈ। ਕੱਲ ਭਗਵੰਤ ਸਿੰਘ ਮਾਨ ਆਪਣੇ ਪਿੰਡ ਜਾਂਦੀ ਹੈ ਸਤੌਜ, ਉੱਥੇ ਜਾ ਕੇ ਪਹਿਲੀ ਗੱਲ ਤਾਂ ਵੀ ਕੱਲ ਭਗਵੰਤ ਸਿੰਘ ਮਾਨ ਸੱਚਮੁੱਚ ਆਪਣੇ ਪੁਰਾਣੇ ਰੂਪ ਦੇ ਵਿੱਚ ਦਿਖਿਆ, ਕਿਉਂਕਿ ਜਿੱਦੇ ਦਾ ਮੁੱਖ ਮੰਤਰੀ ਬਣਿਆ, ਮੁੱਖ ਮੰਤਰੀ ਦੇ ਸਿਰ ਦੇ ਉੱਤੇ ਮਹਾ ਬੋਝ ਹੁੰਦਾ, ਮਣਾ ਮੂੰਹੀ ਭਾਰ ਹੁੰਦਾ ਹੈ। ਉਹਨੂੰ ਇਸ ਗੱਲ ਦਾ ਪਤਾ ਕਿ ਪੈਸਾ ਸਾਡੇ ਕੋਲੇ ਹੈ ਨਹੀਂ, ਅਸੀਂ ਲੋਕਾਂ ਨੂੰ ਗਰੰਟੀਆਂ ਦੇਣ ਨਾਲ ਵਾਅਦੇ ਬਹੁਤ ਕੀਤੇ ਹੋਏ ਹੈ, ਹਰ ਮੋੜ ਦੇ ਉੱਤੇ ਪੈਸਾ ਚਾਹੀਦਾ ਹੈ, ਪੈਸਾ ਕਿੱਥੋਂ ਲੈ ਕੇ ਆਉਣਾ? ਐਡੀ ਵੱਡੀ ਮੈਜੋਰਿਟੀ ਹੈ, ਪੰਜਾਬ ਦੇ ਲੋਕਾਂ ਨੇ ਉਹਨਾਂ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ। ਸੈਂਟਰ ਦੇ ਨਾਲ ਸੰਬੰਧ ਸੁਖਾਵੇਂ ਹੈ ਨਹੀਂ। ਨਵੀਂ ਪਾਰਟੀ ਹੈ, ਉਹ ਸੱਤਾ ਦੇ ਵਿੱਚ ਆਈ ਹੈ। ਜਿਹੜੇ ਪੁਰਾਣੇ ਸ਼ਰੀਕ ਹੈ, ਉਹ ਪੁਰਾਣੇ ਸ਼ਰੀਕ ਆਪਸ ਵਿੱਚ ਨਵੀਂ ਪਾਰਟੀ ਨੂੰ ਮਾਂਜਣ ਵਾਸਤੇ ਘਿਓ ਖਿਚੜੀ ਵੀ ਹੋ ਜਾਂਦੀ। ਬਿਲਕੁਲ ਹੋ ਜਾਂਦਾ। ਆਪਾਂ ਨੂੰ ਪਤਾ ਇਹ ਸਾਰਾ ਕੁਝ ਹੁੰਦਾ ਹੈ। ਇਹਨਾਂ ਪਰਿਸਥਿਤੀਆਂ ਦੇ ਵਿੱਚ ਉਸ ਬੰਦੇ ਨੂੰ ਫਿਕਰ ਸੀ ਕਿ ਕੀ ਕਰੀਏ। ਲੇਕਿਨ ਜਿਹੜੀ ਜੰਮਣ ਭੋਏ ਹੁੰਦੀ ਹੈ, ਜੰਮਣ ਭੋਏ ਦੇ ਵਿੱਚ ਬੰਦਾ ਨਾ ਤਾਂ ਸਾਹਬ ਬਣ ਕੇ ਆਉਂਦਾ ਤੇ ਨਾ ਹੀ ਉੱਥੇ ਉਹ ਕੋਈ ਬਗਾਨਾ ਬਣ ਕੇ ਆਉਂਦਾ, ਉੱਥੇ ਉਹ ਪਿੰਡ ਦਾ ਪੁੱਤ ਤੇ ਧੀ ਬਣ ਕੇ ਆਉਂਦਾ ਜੀ ਜੀ। ਭਗਵੰਤ ਮਾਨ ਕੱਲ੍ਹ ਆਪਣੇ ਪਿੰਡ ਦੇ ਵਿੱਚ ਗਿਆ ਤੇ ਆਪਣੇ ਪਿੰਡ ਦੇ ਵਿੱਚ ਜਾ ਕੇ ਉਹਨੇ ਕਿਹਾ ਕਿ ਨਫ਼ਰਤ ਦੀ ਜਿਹੜੀ ਹੈ ਖੇਤੀ ਨਹੀਂ ਅਸੀਂ ਹੋਣ ਦੇਵਾਂਗੇ। ਨਫ਼ਰਤ ਦੀ ਕੋਈ ਜਗ੍ਹਾ ਨਹੀਂ ਪੰਜਾਬ ਦੇ ਵਿੱਚ। ਔਰ ਉਹਨਾਂ ਨੇ ਨਾਲ ਗੱਲ ਖੇਤੀ ਦੀ ਕੀਤੀ ਸੀ ਜੀ। ਖੇਤੀ ਦੀ ਉਹਨੇ ਕੱਲ੍ਹ ਕੀਤੀ ਸੀ, ਨਫ਼ਰਤ ਵਾਲੀ ਗੱਲ ਕਰ ਲਈ। ਦੂਜੀ ਉਹਨੇ ਗੱਲ ਕੀਤੀ ਸੀ ਕਿ ਤੁਹਾਡੀਆਂ ਫਸਲਾਂ ਦਾ ਅਸੀਂ ਇੰਤਜ਼ਾਮ ਕਰਾਂਗੇ ਜੀ, ਇਹ ਚੁਕਾਈ ਹੋ। ਤੁਸੀਂ ਜਿਹੜਾ ਆ ਝੋਨਾ ਜੀਰੀ ਤੋਂ ਖਹਿੜਾ ਛਡਾਉਣ ਨੂੰ ਫਿਰਦੇ ਹੋ, FCI ਵੀ ਖਹਿੜਾ ਛਡਾਉਣ ਨੂੰ ਫਿਰਦੀ ਹੈ, ਕੇਂਦਰ ਸਰਕਾਰ ਵੀ ਖਹਿੜਾ ਛਡਾਉਣ ਨੂੰ ਫਿਰਦੀ ਹੈ, ਲੇਕਿਨ ਕੋਈ ਹਿੰਮਤ ਨਹੀਂ ਕਰਦਾ ਜੀ। ਤੇ ਉਹਨੇ ਆਪਦੇ ਪਿੰਡ ਵਾਲਿਆਂ ਨੂੰ ਸੱਦਾ ਦਿੱਤਾ ਵੀ ਘੱਟੋ ਘੱਟ ਮੇਰੇ ਪਿੰਡ ਤੋਂ ਤੁਸੀਂ ਮੇਰਾ ਮਾਨਤਾ ਇੰਨਾ ਕੁ ਰੱਖੋ ਕਿ ਤੁਸੀਂ ਜਿਹੜੀ ਹੈਗੀ ਜੀਰੀ ਲਾਉਣੀ ਬੰਦ ਕਰੋ, ਝੋਨਾ ਲਾਉਣਾ ਬੰਦ ਕਰੋ, ਹੋਰ ਫਸਲਾਂ ਉਗਾਓ। 1500 ਰੁਪਈਆ ਪ੍ਰਤੀ ਏਕੜ ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ, ਰਾਹਤ ਦੇਵਾਂਗੇ। ਇਹ ਗੱਲ ਉਹਨੇ ਚੰਗੀ ਕੀਤੀ। ਪਰ ਜਿਹੜੀ ਨਫ਼ਰਤ ਵਾਲੀ ਗੱਲ ਕੀਤੀ ਕਿ ਨਫ਼ਰਤ ਦੀ ਕੋਈ ਹੈ ਨਹੀਂ। ਤੁਸੀਂ ਦੇਖੋ ਭਗਵੰਤ ਸਿੰਘ ਮਾਨ ਮਲੇਰਕੋਟਲੇ ਵੀ ਗਏ। ਮੇਰਾ ਖਿਆਲ ਹੈ ਵੀ ਈਦ ਦੇ ਮੌਕੇ ਦੇ ਉੱਤੇ ਪਹਿਲਾ ਮੁੱਖ ਮੰਤਰੀ ਹੈ ਜੀ ਪਿਛਲੇ ਸਮੇਂ 'ਚ। ਮੇਰੀ ਜਿੰਨੀ ਚੇਤੇ 'ਚ ਯਾਦ ਹੈ ਕਿ ਬੰਦਾ ਉੱਥੇ ਗਿਆ, ਮਲੇਰਕੋਟਲੇ ਜਾਂਦਾ ਹੈ। ਮਲੇਰਕੋਟਲੇ ਜਾ ਕੇ ਮੁਸਲਿਮ ਭਾਈਚਾਰੇ ਨੂੰ ਮਿਲਦਾ ਹੈ, ਉਹਨਾਂ ਨੂੰ ਸੰਬੋਧਨ ਵੀ ਕਰਦਾ, ਗਲ ਬੱਕੜੀਆਂ ਵੀ ਪਾਉਂਦਾ ਹੈ। ਔਰ ਈਦ ਦਾ ਜਿਹੜਾ ਸਹੀ ਸੁਨੇਹਾ ਦਿੰਦਾ ਹੈ ਭਗਵੰਤ ਸਿੰਘ ਮਾਨ, ਇਹ ਬਹੁਤ ਵਧੀਆ ਅਤੇ ਬਹੁਤ ਹਿੰਮਤ ਹੈ। ਔਰ ਦਾਨੇੜੇ ਸਾਹਿਬ, ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸ਼ੁਰੂ ਦੇ ਵਿੱਚ ਪਟਿਆਲੇ ਵਾਲੇ ਮਾਮਲੇ ਨੂੰ ਨਜਿੱਠਣ ਦੇ ਵਿੱਚ ਪੁਲਿਸ ਤੋਂ ਕੁਛ ਗਲਤੀਆਂ ਹੋਈਆਂ। ਜਿਨ੍ਹਾਂ ਬੰਦਿਆਂ ਤੋਂ ਗਲਤੀਆਂ ਹੋਈਆਂ ਉਹਨਾਂ ਨੂੰ ਲਾਂਭੇ ਵੀ ਕੀਤਾ ਹੈ। ਇੱਕ ਤਾਂ ਇਹ ਹੈ ਕਿ ਆਪਾਂ ਉਸ ਦਿਨ ਵੀ ਕਿਹਾ ਸੀ, ਜਦੋਂ ਪ੍ਰੋਗਰਾਮ ਕੀਤਾ ਸੀ, ਕਿ ਉਹਨਾਂ ਦੀ ਰਿਸਪੌਂਸਿਬਿਲਿਟੀ ਫਿਕਸ ਕੀਤੀ ਜਾਵੇ। ਬਿਲਕੁਲ। ਉਹਨਾਂ ਨੇ ਸਥਿਤੀ ਨੂੰ ਸੰਭਾਲਿਆ ਕਿਉਂ ਨਹੀਂ? ਹੁਣ ਇਹ ਪਤਾ ਲੱਗਿਆ ਕਿ ਇੱਕ ਬਕਾਇਦਾ ਇੱਕ ਇਨਕੁਆਇਰੀ ਦੀ ਆਰਡਰ ਹੋ ਚੁੱਕੀ ਹੈ ਔਰ ਇਨਕੁਆਇਰੀ ਸ਼ੁਰੂ ਵੀ ਹੋ ਗਈ ਹੈ ਜੀ। ਸੀਨੀਅਰ ਆਫੀਸਰ ਜਿਹੜੇ ADGP ਲੈਵਲ ਦੇ ਆਫੀਸਰ ਹੈ, ਉਹ ਆ ਕੇ ਮੌਕੇ 'ਤੇ ਦੇਖ ਵੀ ਗਏ ਹੈ। DGP ਸਾਹਿਬ ਨੂੰ ਜੇ ਯੋਗੇਸ਼ ਸ਼ਰਮਾ ਜਾ ਕੇ ਮਿਲਦਾ ਹੈ, ਸ਼ਿਵ ਸੈਨਾ ਦਾ ਪ੍ਰੈਜ਼ੀਡੈਂਟ, ਤੇ ਉਹ ਜਾ ਕੇ ਕਹਿੰਦਾ ਜੀ ਇਹ ਗੱਲ ਹੋਣੀ ਹੈ। ਮੇਰਾ ਨਹੀਂ ਖਿਆਲ ਕਿ DGP ਸਾਹਿਬ ਨੇ ਉਹ ਗੱਲ ਅੱਗੇ ਕਨਵੇ ਨਾ ਕੀਤੀ ਹੋਵੇ ਜੀ ਜੀ। ਬਹੁਤ ਵੱਡੇ ਅਫਸਰ ਹੈ, DGP ਹੈ, ਨੋਡਲ ਅਫਸਰ ਰਹੇ ਇਲੈਕਸ਼ਨਾਂ ਵੇਲੇ, ਉਹਨਾਂ ਨੇ ਜ਼ਰੂਰ ਕਨਵੇ ਕੀਤੀ ਹੋਣੀ ਹੈ। ਔਰ ਜਿੱਥੇ ਕਮੀ ਪੇਸ਼ੀ ਰਹੀ ਹੈ, ਇਹ ਇੱਥੋਂ ਪਤਾ ਲੱਗਦਾ ਹੈ ਕਿ ਨਫ਼ਰਤ ਦੀ ਰਾਜਨੀਤੀ ਅਸੀਂ ਨਹੀਂ ਹੋਣ ਦੇਵਾਂਗੇ, ਨਫ਼ਰਤ ਦੀ ਫਸਲ ਨਹੀਂ ਬੀਜਣ ਦੇਵਾਂਗੇ ਜੀ ਜੀ। ਜੇ ਰਿਸਪੌਂਸਿਬਿਲਿਟੀ ਫਿਕਸ ਕਰਕੇ ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ, ਤਾਂ ਕਿ ਕੱਲ੍ਹ ਨੂੰ ਕੋਈ ਹੋਰ ਅਫੀਸਰ ਜਿਹੜਾ ਹੈਗਾ ਉਹ ਨਹੀਂ ਕਰੇ। ਭਗਵੰਤ ਸਿੰਘ ਮਾਨ ਨੇ ਨਹੀਂ ਲੜਾਈ ਲੜਨੀ, ਨਾ ਸਰਦਾਰਾਂ ਦਾ ਹੁੰਦਾ, ਲੜਦੀਆਂ ਫੌਜਾਂ ਹੁੰਦੀਆਂ। ਬਿਲਕੁਲ। ਉਹ ਮੁੱਖ ਮੰਤਰੀ ਹੈ। ਮੁੱਖ ਮੰਤਰੀ ਦੀ ਇੱਛਾ ਸ਼ਕਤੀ ਹੈ, ਜਿਹੜੀ ਇੱਛਾ ਸ਼ਕਤੀ ਦੇ ਉੱਤੇ ਬਹੁਤ ਕੁਛ ਨਿਰਭਰ ਹੈ। ਆਪਾਂ ਹੁਣ ਗੱਲ ਦੁਹਰਾਉਣੀ ਪੈਣੀ ਹੈ। ਮੈਨੂੰ ਪਹਿਲਾਂ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ
ਪਹਿਲੀ ਵਾਰੀ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ 1970 ਦੇ ਵਿੱਚ ਜੀ ਤੇ ਇਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹ ਚੰਡੀਗੜ੍ਹ ਚਲੇ ਗਏ। ਹੂੰ ਉਹਨਾਂ ਨੂੰ ਸੁਨੇਹਾ ਮਿਲ ਗਿਆ ਵੀ ਆਪਣਾ ਕਾਕਾ ਜੀ ਪਾਸ ਜੀ ਮੁੱਖ ਮੰਤਰੀ ਬਣ ਸਕਦੇ ਆ, ਹੂੰ ਕਿਉਂਕਿ ਪਾਸ ਜੀ ਪਹਿਲੀ ਵਾਰੀ 1957 ਚ ਮੁੱਖ ਮੰਤਰੀ ਆਪਣੇ MLA ਬਣਦੇ ਆ। ਹੂੰ ਉਹ ਤੋਂ ਬਾਅਦ ਇਹਨਾਂ ਨੇ ਚੋਣ ਨਹੀਂ ਲੜੀ ਸੀ। 67 ਦੇ ਵਿੱਚ ਇਹ ਚੋਣ ਹਾਰ ਜਾਂਦੇ, 69 ਦੇ ਵਿੱਚ ਇਹ ਜਿੱਤਦੇ ਆ, 70 ਦੇ ਵਿੱਚ ਜਸਟਿਸ ਗੁਰਨਾਮ ਸਿੰਘ ਨੂੰ ਫਤਿਹ ਸਿੰਘ ਹੋਰਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਉਹਨਾਂ ਨੂੰ ਲਾਉਣਾ ਫਤਿਹ ਕਰਾ ਹਾਂ ਉਹਨਾਂ ਦੀ ਫਤਿਹ ਬੁਲਾਤੀ ਉਹਨਾਂ ਨੂੰ। ਤੇ ਉਹ ਤੋਂ ਬਾਅਦ ਬਣਾਇਆ ਕਿਹਨੂੰ ਜਾਵੇ, ਇਸ ਗੱਲ ਦੇ ਉੱਤੇ ਕਲੇਸ਼ ਪੈ ਗਿਆ। MLAs ਦਾ ਇੱਕ ਗਰੁੱਪ 22 MLAs ਦਾ ਇੱਕ ਗਰੁੱਪ ਇਕੱਤਰ ਹੋ ਜਾਂਦਾ ਤੇ ਉਹ ਇਕੱਤਰ ਹੋ ਕੇ ਡੁਮਣਾ ਪਿੰਡ ਜਾਂਦੇ ਆ। ਸਰਦਾਰ ਬਲਦੇਵ ਸਿੰਘ ਜਿਹੜੇ ਭਾਰਤ ਦੇ ਪਹਿਲੇ ਡਿਫੈਂਸ ਮਿਨਿਸਟਰ ਹੁੰਦੇ ਸੀ, ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ। ਸੰਤ ਫਤਿਹ ਸਿੰਘ ਨੇ ਸੁਨੇਹਾ ਭੇਜਿਆ ਵੀ ਤੁਸੀਂ ਤੁਹਾਡੀ ਇਤਰਾਜ਼ ਕੀ ਹੈ? ਉਹ ਕਹਿੰਦੇ ਜੀ ਅਸੀਂ ਜਿਸ ਬੰਦੇ ਨੂੰ ਬਲਵੰਤ ਸਿੰਘ ਤੁਹਾਡੇ ਰਾਹੀਂ ਮੁੱਖ ਮੰਤਰੀ ਬਣਵਾਉਣਾ ਚਾਹੁੰਦਾ ਹੈ ਸੋਹਣ ਸਿੰਘ ਬਾਸੀ ਨੂੰ, ਸਾਨੂੰ ਉਹ ਪ੍ਰਵਾਨ ਨਹੀਂ। ਸੰਤ ਜੀ ਕਹਿੰਦੇ ਵੀ ਤੁਸੀਂ ਬਣ ਜਾਓ। ਰਵਿੰਦਰ ਨੂੰ ਕਹਤਾ, ਰਵਿੰਦਰ ਕਹਿੰਦਾ ਜੀ ਮੇਰੇ ਕੋਲ ਇੰਨਾ ਟਾਈਮ ਹੈ ਨਹੀਂ, ਵਕਤ ਹੈ ਨਹੀਂ, ਮੇਰਾ ਕਾਰੋਬਾਰ ਵੱਡਾ ਹੈ। ਕਹਿੰਦੇ ਫਿਰ ਹੋਰ ਬਣਾ ਲਓ। ਤੇ ਉਹਨਾਂ ਨੇ ਸੋਚਿਆ ਵੀ ਸਾਹੂ ਜਿਹਾ ਬੰਦਾ ਤੇ ਆਪਾਂ ਇਹਨਾਂ ਨੂੰ ਕਿਉਂ ਨਾ ਲਈਏ। ਕਹਿੰਦੇ ਜੀ ਉਹ ਕਾਕਾ ਹੈਗਾ ਸਰਦਾਰਾਂ ਦਾ ਬਾਦਲ ਵਾਲਾ, ਪਾਸ ਜੀ ਉਹਨੂੰ ਬਣਾ ਦਿਓ। ਕਹਿੰਦੇ ਬਣਾ ਦਿੰਦੇ ਆ। ਚਲੋ ਸੰਤ ਜੀ ਮੰਨ ਗਏ, ਸੁਨੇਹਾ ਭੇਜਤਾ, ਬਜ਼ੁਰਗ ਜੀਪ ਲੈ ਕੇ ਪਹੁੰਚ ਗਏ। ਬਾਦਲ ਪਰਿਵਾਰ ਦੇ ਬਜ਼ੁਰਗਾਂ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਕੁਆਲਿਟੀ ਹੈ ਪੁਰਾਣੀ ਤੁਰੀ ਆਉਂਦੀ ਕਿ ਇਹ ਸਾਰਾ ਦਿਨ ਜਿੱਥੇ ਮਰਜ਼ੀ ਫਿਰਦੇ ਇਹਨਾਂ ਨੇ, ਰਾਤ ਨੂੰ ਸੌਣਾ ਇਹਨਾਂ ਨੇ ਘਰ ਆ ਕੇ। ਅੱਛਾ ਜੀ। ਤੇ ਬਾਦਲ ਸਾਹਿਬ ਦੇ ਪਿਤਾ ਜੀ ਤੇ ਸਰਦਾਰ ਤੇਜਾ ਸਿੰਘ ਦੇ ਚਾਚਾ ਜੀ ਜਿਹੜੇ ਬਾਦਲ ਸਾਹਿਬ ਦੇ ਸਿਆਸੀ ਗੁਰੂ ਵੀ ਹੈ, ਉਹ ਦੋਨੇ ਨੇ 2-3 ਦਿਨਾਂ ਬਾਅਦ ਬਾਦਲ ਸਾਹਿਬ ਦੇ ਪਿਤਾ ਜੀ ਜਿਹੜੇ ਉਹ ਅੱਕ ਗਏ। ਉਹ ਕਹਿੰਦੇ ਯਾਰ ਚੱਲ ਤੇਜਾ ਸਾਹਿਬ ਚੱਲੀਏ, ਕੀ ਕਰਦਾ ਕਿੱਥੇ ਯਾਰ, ਨੀਂਦ ਹੀ ਨਹੀਂ ਆਉਂਦੀ ਇੱਥੇ ਤਾਂ। ਤੇਜਾ ਸਾਹਿਬ ਕਹਿੰਦਾ ਬਾਈ ਜੀ ਠਹਿਰੋ, ਤੁਹਾਡਾ ਪੁੱਤ ਚੀਫ ਮਿਨਿਸਟਰ ਬਣਦਾ ਹੈ। ਤਾਂ ਪੁੱਛਦੇ ਕਹਿੰਦੇ ਫਿਰ ਆਪਾਂ ਨੂੰ ਫਾਇਦਾ ਕੀ ਹੋਊਗਾ? ਕਹਿੰਦੇ ਫਾਇਦਾ ਚੀਫ ਮਿਨਿਸਟਰ ਜਦੋਂ ਕਹਿੰਦੇ ਸਾਹ ਲੈ ਕੇ ਹਵਾੜ ਜੀ ਕੱਢਦਾ ਨਾ, ਜਿੱਧਰ ਨੂੰ ਜਾਂਦੀ ਹੈ ਸਭ ਕੁਝ ਤਬਾਹ ਹੋ ਜਾਂਦਾ ਹੈ। ਕਹਿੰਦਾ ਅੱਛਾ ਯਾਰ ਇੰਨੀ ਪਾਵਰ ਆ ਜੂ ਆਪਣੇ ਕੋਲ? ਕਹਿੰਦਾ ਆ ਜੂਗੀ। ਕਹਿੰਦਾ ਫਿਰ ਆਪਾਂ ਰਹਿ ਪੈਂਦੇ। ਫਿਰ ਉਹ ਰਹਿ ਵੀ ਪਏ ਸੀ ਤੇ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ। ਤੇ ਫਿਰ ਹਵਾੜ ਕਿਵੇਂ ਨਿਕਲੀ? ਕਹਿੰਦੇ ਇੱਕ ਵਾਰੀ ਇਹਨਾਂ ਦੀਆਂ ਪਿੰਡ ਨੂੰ ਸੜਕ ਬਣਨ ਵਾਲੀ ਉਹ ਬਜਰੀ ਵੀ ਚਕਾਤੀ ਸੀ। ਉਹ ਮਿਸਾਲ ਦਿੱਤੀ, ਉਹ ਜਿਹੜੀ ਬਜਰੀ ਚਕਵਾਈ ਸੀ ਉਹ ਪ੍ਰਤਾਪ ਸਿੰਘ ਕੈਰੋਂ ਨੇ ਚਕਵਾਈ ਸੀ। ਕੈਰੋਂ ਆ ਰਿਹਾ ਸੀਗਾ ਮਲੋਟ ਵਾਲੇ ਪਾਸਿਓਂ, ਤੇ ਜਦੋਂ ਖਿਓਵਾਲੀ ਆਇਆ ਤੇ ਖਿਓਵਾਲੀ ਲੱਗਿਆ ਪਿਆ ਬੋਰਡ, ਬਜਰੀ ਤੇ ਇੱਟ ਸਿੱਟੀ ਪਈ ਜੀ ਸੜਕ ਬਣਾਉਣ ਵਾਸਤੇ ਵੀ ਇਹ ਬਾਦਲ ਤੱਕ ਸੜਕ ਜਾਣੀ ਹੈ, ਖਿਓਵਾਲੀ ਬਾਦਲ ਸੜਕ ਜੀ। ਉੱਥੇ ਉਹਨੇ ਦੇਖਿਆ ਵੀ ਇਹ ਕਿਉਂਕਿ ਉਹਦੇ ਨਾਲ ਕੈਰੋਂ ਨਾਲ ਬਣਦੀ ਨਹੀਂ ਸੀ। ਤੇ ਜਿਹੜੀ 62 ਦੇ ਵਿੱਚ ਬਾਦਲ ਸਾਹਿਬ ਨੇ ਚੋਣ ਨਹੀਂ ਨਾ ਲੜੀ ਸੀ ਜੀ, ਉਹ ਚੋਣ ਨਾ ਲੜਨ ਦਾ ਕਾਰਨ ਵੀ ਕੈਰੋਂ ਦੀ ਧਮਕੀ ਸੀ। ਕਿਉਂਕਿ 57 ਜਿਹੜੀ ਚੋਣ ਬਾਦਲ ਸਾਹਿਬ ਨੇ ਲੜੀ ਸੀ ਜੀ, ਉਦੋਂ ਅਕਾਲੀ ਦਲ ਨੇ ਆਪਣਾ ਚੋਣ ਨਿਸ਼ਾਨ ਜਿਹੜਾ ਹੈਗਾ ਉਹ ਛੱਡਤਾ ਸੀ। ਕਾਂਗਰਸ ਪਾਰਟੀ ਨਾਲ ਕੋਲੀਸ਼ਨ ਸਾਡੀ ਇੱਕ ਜਿਹੜੀ ਹੈਗੀ ਹੈ ਗੱਠਜੋੜ ਦੇ ਤੌਰ ਤੇ ਚੋਣ ਲੜੀ ਸੀ ਜੀ। ਤੇ ਬਾਦਲ ਸਾਹਿਬ ਦਾ ਚੋਣ ਨਿਸ਼ਾਨ ਹੁੰਦਾ ਸੀ ਦੋ ਬਲਦਾਂ ਦੀ ਜੋੜੀ। ਅੱਛਾ। ਜਦੋਂ ਉਹ ਫਿਰ ਬਾਅਦ ਦੇ ਵਿੱਚ ਸਮਝੌਤਾ ਟੁੱਟ ਗਿਆ, 62 ਦੀਆਂ ਚੋਣਾਂ ਆ ਗਈਆਂ ਤੇ ਪ੍ਰਤਾਪ ਸਿੰਘ ਕੈਰੋਂ ਨੇ ਕਹਿਤਾ ਵੀ ਗੱਲ ਇਹ ਆ ਵੀ ਤੁਸੀਂ ਤਾਂ ਬਾਦਲ ਸਾਹਿਬ ਬਣੇ ਸੀ ਇਕੱਲੇ, ਸੀਟਾਂ 2 ਦੀਆਂ ਭਾਵੇਂ ਲੈ ਲਓ 4, ਪਰ ਤੁਹਾਨੂੰ ਲੜਨਾ ਪਊਗਾ ਦੋ ਬਲਦਾਂ ਦੀ ਜੋੜੀ ਤੇ। ਕਾਂਗਰਸ ਪਾਰਟੀ ਵਾਲੇ ਪਾਸੇ ਆ ਉਹ ਕਹਿੰਦੇ ਉਹ ਤਾਂ ਸਾਰਾ ਸਮਝੌਤਾ ਸੀ ਤਾਂ ਸੀ, ਉਹ ਕਹਿੰਦੇ ਨਹੀਂ, ਫਿਰ ਕਹਿੰਦੇ ਵੇਖ ਲਓ ਹੋਊਗਾ ਕੀ। ਉਹ ਫਿਰ ਘਰੇ ਰਹਿ ਕੀਤੀ, ਕਹਿੰਦੇ ਆਪਾਂ ਲੜਦੇ ਨਹੀਂ। ਇਹਨਾਂ ਨੇ ਉਦੋਂ ਸੀਟ ਮਤਲਬ ਜਿਹੜੀ ਹੈ 62 ਵਾਲੀ ਇਲੈਕਸ਼ਨ ਲੜੀ ਨਹੀਂ ਸੀ। ਉਹ ਡਰਦਾ ਕਾਰਨ ਨਹੀਂ ਸੀ, ਫਿਰ ਉਹਨਾਂ ਸਮਾਨ ਵੀ ਚੁਕਵਾਤਾ ਸੀ ਜੀ। ਤੇ ਨਾਲੋਂ ਫਿਰ ਗਿਆਨੀ ਕਰਤਾਰ ਸਿੰਘ ਹੋਰਾਂ ਨੂੰ ਕਹਿ ਕੇ ਉਹ ਕਹਿੰਦੇ ਕੀ ਕਰਨਾ ਜੀ, ਇਹ ਸਮਾਨ ਹੈ ਕਾਹਦੀ ਖਾਤਰ ਚੁਕਾਤਾ ਇੱਟਾਂ ਤੇ ਬਜਰੀ? ਉਹ ਕਹਿੰਦੇ ਸੈਕਟਰੀਏਟ ਚਾਹੀਦਾ। ਇਹ ਤਾਂ ਬਾਅਦ ਚ ਗਿਆਨੀ ਕਰਤਾਰ ਸਿੰਘ ਹੋਰਾਂ ਨੇ ਫਿਰ ਉਹ ਬਣਵਾਈ, ਸਾਰਾ ਕੁਝ ਕੀਤਾ ਕਰਾਇਆ। ਸੋ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਨਹੀਂ ਹੋਣ ਦੇਵਾਂਗੇ, ਮੂੰਹ ਚੋਂ ਹਵਾੜ ਨਿਕਲਦੀ ਹੈ, ਹਵਾੜ ਤਬਾਹ ਕਰ ਦਿੰਦੀ ਹੈ। ਜੇ ਉਹਨੇ ਤਹਈਆ ਕਰ ਲਿਆ ਤਾਂ ਤਹਈਆ ਵੱਡੀ ਗੱਲ ਹੁੰਦੀ ਹੈ। ਅੱਜ MLAs ਦੀ ਮੀਟਿੰਗ ਵੀ ਹੋਈ ਹੈ ਜੀ। MLAs ਦੀ ਮੀਟਿੰਗ ਦੇ ਵਿੱਚ ਹੋਰ ਮੁੱਦੇ ਵੀ ਉਠਾਏ ਹੋਣਗੇ, ਪਰ ਮੈਨੂੰ ਯਕੀਨ ਹੈ ਵੀ ਉਹਦੇ ਵਿੱਚ ਜ਼ਰੂਰ ਇਹ ਮੁੱਦਾ ਵੀ ਲਾਅ ਐਂਡ ਆਰਡਰ ਦਾ ਵੀ ਉੱਠਿਆ ਹੋਊਗਾ। ਇਹ ਜਿਹੜੀ ਹੈਗੀ ਹੈ ਸ਼ੁਰੂਆਤ ਜਿਹੜੀ ਹੈ ਚੰਗੀ ਹੈ, ਕਿਉਂਕਿ ਬੁਰਾਈ ਨੂੰ ਜੇ ਤੁਸੀਂ ਸਿਰ ਚੁੱਕਣ ਵੇਲੇ ਜਦੋਂ ਬੁਰਾਈ ਸਿਰ ਚੁੱਕਦੀ ਹੈ ਨਾ, ਜੇ ਉਦੋਂ ਹੀ ਦੱਬ ਦਿਓਗੇ ਚੰਗੇ ਰਹੋਗੇ। ਤੇ ਜੇ ਇੱਕ ਵਾਰੀ ਗੱਲ ਤੁਹਾਡੇ ਹੱਥੋਂ ਨਿਕਲ ਗਈ ਤਾਂ ਫਿਰ ਗੱਲ ਬਹੁਤ ਦੂਰ ਚਲੀ ਜਾਂਦੀ ਹੈ। ਚਲੋ ਸਾਹਿਬ, ਤੁਸੀਂ ਗੱਲ ਜਦੋਂ ਗੱਲ ਕਰ ਰਹੇ ਸੀਗੇ ਪਿੰਡ ਗਏ ਰੂਪ ਦੇ ਵਿੱਚ ਦੇਖੇ, ਬੜਾ ਬੋਝ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਹੁਣ ਇਹ ਘੜਾ ਜਿਹੜਾ ਭਰੂ ਕਿਵੇਂ? ਉਧਰ ਤਾਂ ਕਹਿੰਦੇ ਜਿਹੜਾ GST ਦਾ ਹਿੱਸਾ ਹੁੰਦਾ ਜਾਂ ਮੁਆਵਜ਼ਾ ਹੁੰਦਾ ਉਹ ਤੋਂ ਵੀ ਕਹਿੰਦੇ ਪੰਜਾਬੀ ਪਿੰਡਾਂ ਵਾਲੇ ਕਹਿੰਦੇ ਨੇ ਵੀ ਉਹ ਪੱਲਾ ਚੱਕਦਾ। ਦੇਖੋ ਗੱਲ ਇੱਕ ਇਹ ਹੈ ਵੀ ਆਪਾਂ ਭਗਵੰਤ ਸਿੰਘ ਮਾਨ ਦੀ ਵਡਿਆਈ ਕੀਤੀ ਹੈ, ਉਹਦੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਹੈ, ਪਰ ਹੁਣ ਥੋੜ੍ਹਾ ਜਿਹਾ ਹਿਸਾਬ ਕਿਤਾਬ ਵੀ ਕਰ ਲੈਣਾ ਚਾਹੀਦਾ ਜੀ। ਭਗਵੰਤ ਸਿੰਘ ਮਾਨ ਹੋਰੀ ਜਦੋਂ ਪਹਿਲੀ ਵਾਰੀ ਚੋਣ ਲੜਦੇ ਹੈ 2012 'ਚ ਲੜਦੇ ਹੈ ਜੀ, ਤੇ 2012 'ਚ ਇਹਨਾਂ ਨੇ ਲੜੀ ਸੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਦੇ ਖਿਲਾਫ ਲਹਿਰਾ ਗਾਗਾ ਤੋਂ ਚੋਣ। ਉਦੋਂ ਮਾਨ ਸਾਹਿਬ ਨਹੀਂ ਸੀ ਜਿੱਤੇ, ਪਰ ਯਕੀਨ ਬਹੁਤ ਵੱਡਾ ਸੀ ਵੀ ਮਾਨ ਸਾਹਿਬ ਜਿੱਤ ਜਾਣਗੇ। ਜਿਵੇਂ ਐਤਕੀ ਬਹੁਤ ਵੱਡੇ ਵੱਡੇ ਬੰਦਿਆਂ ਨੂੰ ਯਕੀਨ ਸੀ ਕਿ ਇਹਨਾਂ ਨੂੰ ਕੌਣ ਹਰਾ ਦੂਗਾ ਯਾਰ, ਸਾਰੇ ਗੱਲ ਕਹਿੰਦੇ ਸੀ ਇਹਨਾਂ ਨੂੰ ਕੌਣ ਹਰਾ ਦੂਗਾ। ਤੇ ਤੁਸੀਂ ਦੇਖੋ ਫਿਰ ਲਾਈਨ ਹੀ ਡਿੱਗੀ ਹੈ। ਜਦੋਂ ਆਪਾਂ ਲਾਈਨ ਦੀ ਗੱਲ ਕਰਦੇ ਹਾਂ, ਲਾਈਨ ਉਹ ਆਪਾਂ ਛੋਟੇ ਹੁੰਦੇ ਇੱਟਾਂ ਨਾਲ ਖੇਡਦੇ ਹੁੰਦੇ ਸੀ, ਇੱਟਾਂ ਖੜੀਆਂ ਕਰ ਦਿੰਦੇ ਹੁੰਦੇ ਸੀ ਤੇ ਜਦੋਂ ਡਿੱਗਦੀ ਸੀ ਇੱਟ ਸਾਰੀਆਂ ਇੱਟਾਂ ਡਿੱਗਦੀਆਂ।
ਜਾਂ ਸਕੂਲਾਂ ਦੇ ਵਿੱਚ ਦੇਖਦੇ ਹੁੰਦੇ ਸੀ ਸਾਈਕਲ ਖੜੇ ਹੁੰਦੇ ਸੀ, ਇੱਕ ਸਾਈਕਲ ਨੂੰ ਧੱਕਾ ਜਾ ਮਾਰਦੇ ਸੀ, ਸਾਰੇ ਸਾਈਕਲ ਡਿੱਗ ਪੈਂਦੇ ਜੀ ਸੀ। ਜੀ ਉਵੇਂ ਜਿਵੇਂ ਡਿੱਗੇ, ਤੇ ਉਦੋਂ ਵੀ ਸਥਿਤੀ ਇਹ ਸੀ। ਮਨਪ੍ਰੀਤ ਸਿੰਘ ਬਾਦਲ ਨੇ, ਕਿਉਂਕਿ ਉਹ ਇਹਨਾਂ ਦੀ ਪਾਰਟੀ ਦੇ ਪ੍ਰਧਾਨ ਸੀ, ਪੀਪਲ ਦੀ ਪਾਰਟੀ ਆਫ ਪੰਜਾਬ, ਜੀ ਤੇ ਜਦੋਂ ਇਹਨਾਂ ਨੇ ਪੀਪਲ ਦੀ ਪਾਰਟੀ ਆਫ ਪੰਜਾਬ ਬਣਾਈ ਹੈ, ਉਸ ਵੇਲੇ ਖਟਕੜ ਕਲਾਂ ਦੇ ਵਿੱਚ ਜਿਵੇਂ ਐਤਕੀ ਮਾਨ ਸਾਹਿਬ ਸਹੁੰ ਚੁੱਕ ਕੇ ਆਏ ਹੈ, ਉਦੋਂ ਵੀ ਇੱਕ ਸਹੁੰ ਚੁੱਕੀ ਸੀ ਅੱਛਾ ਜੀ ਕਿ ਅਸੀਂ ਪੰਜਾਬ ਨੂੰ ਜਿਹੜੀ ਹੈ ਸੋਨੇ ਦੀ ਚਿੜੀ ਬਣਾ ਦਾਂਗੇ ਤੇ ਪੰਜਾਬ ਦਾ ਰੰਗ ਰੂਪ ਸਾਰਾ ਬਦਲ ਦਿਆਂਗੇ, ਰਹਿਣ ਨਹੀਂ ਦੇਣਾ, ਪਰ ਇਹ ਤੁਸੀਂ ਲੋਕਾਂ ਸਾਡੀ ਸਰਕਾਰ ਬਣਾ ਦਿਓ। ਵੋਟਾਂ ਪਈਆਂ, ਰਿਜ਼ਲਟ ਲੈ ਆਇਆ ਨਹੀਂ ਸੀ। ਆਨੇ ਵਾਲੇ ਸਭ ਮੈਨੂੰ ਇੱਕ ਬਹੁਤ ਵੱਡੇ ਲੀਡਰ ਨੇ ਦੱਸੀ ਗੱਲ, ਖੱਬੇ ਪੱਖੀ ਪਾਰਟੀਆਂ ਦਾ ਲੀਡਰ ਸੀ, ਜੀ ਹੁਣ ਇਸ ਦੁਨੀਆ 'ਚ ਨਹੀਂ ਰਿਹਾ, ਮੈਂ ਨਾਂ ਲੈ ਹੀ ਦਿੰਦਾ, ਜੋਗਿੰਦਰ ਦਿਆਲ ਨੇ। ਜੋਗਿੰਦਰ ਦਿਆਲ ਕਹਿੰਦਾ ਵੀ ਆਫਟਰ ਇਲੈਕਸ਼ਨ ਸਾਡੀ ਇੱਕ ਮੀਟਿੰਗ ਹੋਈ ਜੀ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਰੀ ਕਹਿੰਦੇ ਵੀ ਪਾਰਟੀਆਂ ਦੋ ਵਟੀਆਂ, ਇੱਕ ਪਾਸੇ ਤਾਂ ਮੇਰੇ ਤਾਇਆ ਜੀ ਤੇ ਮੇਰੇ ਤਾਇਆ ਦੇ ਪੁੱਤਰ ਜੀ ਹੈ, ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੈ, ਤੇ ਤ੍ਰਿੰਸ਼ਕੂ ਜਿਹਨੂੰ ਆਪਾਂ ਕਹਿ ਦਿੰਦੇ ਹੰਗ ਅਸੈਂਬਲੀ, ਉਹ ਬਣਨੀ ਹੈ। ਤਨਾਸਬ ਆਪਣੇ ਕੋਲੇ ਹੈ, ਜੀ ਆਪਣੇ ਐਮਐਲਏ ਨਾ ਕਿਤੇ ਚੱਕ ਕੇ ਲੈ ਜਾਣ। ਅੱਛਾ ਜੀ ਉਹ ਕਹਿੰਦੇ ਜੀ ਅੱਛਾ ਐਮਐਲਏ ਨੇ ਚੱਕ ਕੇ ਲੈ ਜਾਣ, ਫੇਰ ਕਹਿੰਦਾ ਵੀ ਇੰਤਜ਼ਾਮ ਕਰੀਏ, ਇਹਨਾਂ ਨੂੰ ਕਿਤੇ ਰੱਖੀਏ। ਜੀ ਕਹਿੰਦੇ ਕਿੱਥੇ ਰੱਖੀਏ? ਉਹ ਕਹਿੰਦਾ ਵੀ ਮੇਰੇ ਕੋਲੇ ਦੇਹਰਾਦੂਨ ਕੋਠੀ ਹੈਗੀ ਆ, ਥਾਂ ਹੈਗਾ, ਟਿਕਾਣਾ ਹੈਗਾ, ਤੇ ਆਪਾਂ ਇਹਨਾਂ ਨੂੰ ਦੇਹਰਾਦੂਨ ਲੈ ਚੱਲਦੇ ਹਾਂ। ਉਹ ਜੋਗਿੰਦਰ ਦਿਆਲ ਹੱਸ ਕੇ ਕਹਿੰਦਾ, ਮੈਂ ਕਿਹਾ ਵੀ ਤੂੰ ਆਪਦੇ ਵਾਲੇ ਸੰਭਾਲ ਲਾ, ਸਾਨੂੰ ਤਾਂ ਯਕੀਨ ਹੈ ਵੀ ਸਾਡਾ ਤਾਂ ਨਹੀਂ ਕੋਈ ਆਉਂਦਾ। ਉਹ ਕਹਿੰਦਾ ਜੀ ਆਉਂਦਾ ਕਿਉਂ ਨਹੀਂ, ਤੁਸੀਂ ਕਿੱਥੇ ਫਿਰਦੇ ਹੋ? ਲਓ ਜੀ ਭਗਵੰਤ ਸਿੰਘ ਮਾਨ ਤਾਂ ਜਿੱਤ ਗਿਆ, ਉਹਨੇ ਤਾਂ ਸਾਬਕਾ ਮੁੱਖ ਮੰਤਰੀ ਜੀ ਨੂੰ ਹਰਾ ਦੇਣਾ, ਬੀਬੀ ਨੂੰ, ਬੀਬੀ ਤਾਂ ਹਾਰ ਗਈ ਜੀ, ਬਸ ਰਿਜ਼ਲਟ ਆ ਲੈਂਦੇ ਹੋ। ਉਹ ਕਹਿੰਦੇ ਵੀ ਚਲੋ ਕੋਈ ਨਹੀਂ, ਤੁਸੀਂ ਸੰਭਾਲ ਲਓ ਆਪਦੇ ਵਾਲੇ, ਤੇ ਰਿਜ਼ਲਟ ਆਏ, ਆਪਾਂ ਨੂੰ ਪਤਾ ਵੀ ਰਿਜ਼ਲਟਾਂ 'ਚ ਨਿਕਲਿਆ ਕੀ। ਜੀ ਹੁਣ ਉਹ ਭਾਵੇਂ ਮਾਨ ਸਾਹਿਬ 2014 ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਪਾਰਲੀਮੈਂਟ ਦੇ ਮੈਂਬਰ ਬਣ ਗਏ, ਲੇਕਿਨ ਜਿੱਥੋਂ ਤੱਕ ਸਰਦਾਰ ਮਨਪ੍ਰੀਤ ਸਿੰਘ ਬਾਦਲ ਤੇ ਮਾਨ ਸਾਹਿਬ ਦਾ ਸੰਬੰਧ ਹੈ, ਮਿੱਤਰਚਾਰੀ ਤਾਂ ਏਦਾਂ ਵਾਲੀ ਹੈ ਜੀ, ਹੈਗੀ ਹੈ ਜੀ, ਔਰ ਉਹ ਮਿੱਤਰਚਾਰੀ ਬੋਲੀ ਵੀ ਸੀ, ਇਲੈਕਸ਼ਨਾਂ ਦੇ ਵਿੱਚ ਹੀ ਬੋਲ ਪਈ ਸੀ। ਜਦੋਂ ਮਾਨ ਸਾਹਿਬ ਬਠਿੰਡੇ ਆ ਗਏ ਸੀ, ਲੇਕਿਨ ਜਗਰੂਪ ਸਿੰਘ ਗਿੱਲ ਦੇ ਹੱਕ ਦੇ ਵਿੱਚ ਬੋਲੇ ਨਹੀਂ ਸੀ। ਤਾਂ ਇੱਥੇ ਉਹਨੂੰ ਮੈਂ ਯਾਦ ਕਰਾਉਣੀ ਚਾਹੂੰਗਾ ਕਿ ਜਿਹੜਾ GST ਵਾਲਾ 18,000 ਕਰੋੜ ਰੁਪਈਏ ਦਾ ਮੁਆਵਜ਼ਾ ਆਪਾਂ ਨੂੰ ਮਿਲਦਾ ਹੁੰਦਾ ਸਾਲ ਦਾ, ਜੀ ਉਹ ਰੁਕਣ ਲੱਗਿਆ। ਇਹ GST ਦਾ ਸਭ ਤੋਂ ਵੱਡਾ ਮਦਈ ਜੇ ਪੰਜਾਬ ਦੇ ਵਿੱਚੋਂ ਕੋਈ ਸੀ ਤਾਂ ਉਹਦਾ ਨਾਮ ਮਨਪ੍ਰੀਤ ਸਿੰਘ ਬਾਦਲ ਸੀ। ਕਹਿੰਦੇ ਬਹੁਤ ਵਧੀਆ ਚੀਜ਼ ਹੈ। ਮਨਪ੍ਰੀਤ ਸਿੰਘ ਬਾਦਲ ਕਹਿੰਦਾ ਸੀ, ਆਪਣੇ ਆਮ ਪ੍ਰੈਸ ਵਾਲਿਆਂ ਨਾਲ ਗੱਲ ਕਰਦਾ, ਇਹਨਾਂ ਦੀ GST ਲੱਗ ਲੈਂਦੇ, ਲਹਿਰਾਂ ਬਹਿਰਾਂ ਹੋ ਜਾਣਗੀਆਂ। ਜਦੋਂ GST ਵਾਲਾ ਕਾਨੂੰਨ ਬਣਿਆ ਤੇ ਉਦੋਂ ਪਾਰਲੀਮੈਂਟ ਦੇ ਉੱਤੇ ਦੀਪਮਾਲਾ ਕੀਤੀ ਸੀ ਜੀ, ਵੀ ਬਹੁਤ ਵੱਡਾ, ਜਿਵੇਂ ਜਿਆਦਾ 1947 ਚ ਦੀਪਮਾਲਾ ਆਜ਼ਾਦੀ ਜਿੱਤੀ ਸੀ, ਤੇ ਜਾਂ ਸੀ ਕਹਿੰਦੇ ਵੀ ਅਸੀਂ ਬਹੁਤ ਵੱਡੀ ਵਿਕਟਰੀ ਹਾਸਲ ਕਰ ਲਈ। ਵਿਕਟਰੀ ਹਾਸਲ ਕਰਨ ਵਾਲਿਆਂ ਨੇ ਕਰ ਲਈ ਸੀ, ਉਹ ਤਾਂ ਦਿੱਲੀ ਵਾਲਿਆਂ ਨੂੰ ਮਿਲਣੀ ਸੀ, ਸੈਂਟਰ ਸਰਕਾਰ ਨੂੰ। ਲੇਕਿਨ ਸੂਬਾ ਸਰਕਾਰਾਂ ਦੇ ਜਿਹੜੇ ਹੈਗੇ ਐ ਭਾਂਡੇ ਟਿੰਡੇ ਖਿਲਰ ਗਏ ਸੀ, ਜਿਹੜੇ ਉਹਨਾਂ ਦੇ ਸੀ ਖਾਤੇ ਬਈਆਂ, ਉਹਨਾਂ ਖਾਤੇ ਬਈਆਂ ਤੇ ਕਾਟੇ ਬਚ ਗਏ ਸੀ। ਕਿਉਂਕਿ ਕੁਝ ਲੋਕਾਂ ਨੇ, ਜਿਹੜੇ ਸਿਆਣੇ ਬੰਦੇ ਸੀ, ਪੀਚ ਦੰਬਰਮਨ ਕਰਕੇ, ਉਹਨਾਂ ਨੇ ਕਿਹਾ ਸੀਗਾ ਵੀ ਯਾਰ ਗੜਬੜ ਹੋਊਗੀ ਜੀ। ਫਿਰ ਇਹਨਾਂ ਨੇ ਕਹਿ ਦਿੱਤਾ ਸੀ ਕੋਈ ਗੱਲ ਨਹੀਂ ਜੀ, ਆਪਾਂ ਕਰ ਲੈਣੇ ਗੱਲ। ਜਿੰਨੀ ਦੇਰ ਤੱਕ ਕਹਿੰਦੇ ਵੀ ਇਹ ਮਾਮਲਾ ਪੂਰੀ ਤਰ੍ਹਾਂ ਸਹੀ ਨਹੀਂ ਹੁੰਦਾ, ਉਨੀ ਦੇਰ ਤੱਕ ਫਿਰ ਆਪਾਂ ਕਹਿੰਦੇ ਵੀ ਮੁਆਵਜ਼ਾ ਦੇ ਦਿਆਂਗੇ GST। ਤੇ ਉਹ GST ਦਾ ਮੁਆਵਜ਼ਾ ਆਪਾਂ ਨੂੰ 18,000 ਕਰੋੜ ਰੁਪਈਆ ਜਿਹੜਾ ਉਹ ਮਿਲਦਾ ਹੈ ਜੀ। ਤੇ ਐਤਕੀ ਜਿਹੜੀ ਹੈ ਮੇਰੇ ਖਿਆਲ ਦਾਣੇ ਵਾਲੀ ਸਭ ਜੂਨ ਦੇ ਵਿੱਚ ਆਖਰੀ ਮਿਲਣਾ ਹੈ, ਤੇ ਜੁਲਾਈ ਦੇ ਵਿੱਚ ਉਹ ਮਾਮਲਾ ਬੰਦ ਹੋ ਜਾਣਾ। ਹੁਣ 18,000 ਕਰੋੜ ਰੁਪਏ ਕਿਹਨੂੰ ਕਹਿੰਦੇ ਆ ਜੀ? ਹੈ ਜੀ, ਮਸ਼ੀਨਾਂ ਘਸ ਜਾਣਗੀਆਂ ਗਿਣਦੇ। ਹਾਂ ਨਹੀਂ, ਉਹ ਤਾਂ ਨਹੀਂ, ਪਰ ਸਾਡੇ ਸੂਬੇ ਦਾ ਕੀ ਬਣੂ? ਸਾਰਾ ਟੈਕਸ ਜਿਹੜਾ ਹੈਗਾ, ਟੈਕਸ ਜਿਹੜੇ ਮੇਜਰ ਜਿਹੜੇ ਹੈਗੇ ਆ ਅਕਾਊਂਟ, ਜਾਂ ਮੇਜਰ ਜਿਨ੍ਹਾਂ ਨੂੰ ਆਪਾਂ ਕਹਿ ਦਿਆਂਗੇ, ਉਹ ਕੀ ਕਹਿੰਦੇ ਹੁੰਦੇ ਆ, ਜਿੱਥੋਂ ਆਪਾਂ ਆਉਣਾ ਹੁੰਦਾ ਪੈਸਾ, ਸੋਰਸ ਦੇ, ਉਹਨਾਂ ਸੋਰਸਸ ਤੋਂ ਪੈਸੇ ਇਕੱਠੇ ਕੀਤੇ ਜਾਂਦੇ, ਪੈਸੇ ਇਕੱਠੇ ਕਰਕੇ ਸਾਰੇ ਪਹੁੰਚ ਜਾਂਦੇ ਦਿੱਲੀ ਦਰਬਾਰ ਕੋਲ। ਪਹਿਲਾਂ ਉਧਰ ਜਾਂਦੇ, ਫਿਰ ਦਿੱਲੀ ਦਰਬਾਰ ਜਿਹੜੀ ਹੈਗੀ ਤੁਹਾਨੂੰ ਅਲੋਟਮੈਂਟ ਕਰਦਾ ਹੈ। ਸਾਡੇ ਪ੍ਰਧਾਨ ਮੰਤਰੀ ਸਾਹਿਬ ਬਾਰ-ਬਾਰ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਕਰਦੇ, ਬਿਲਕੁਲ, ਪਰ ਇਹ ਫੈਡਰਲਿਜ਼ਮ ਮਾੜਾ ਮੋਟਾ ਸੀ ਤਾਂ ਖਤਮ ਉਹ ਵੀ ਹੋ ਗਿਆ। ਤੁਸੀਂ ਸਾਰੇ ਦਾ ਸਾਰਾ ਪੈਸਾ ਆਪਣੇ ਕੋਲ ਇਕੱਠਾ ਕਰ ਲਿਆ ਤੇ ਮੁੜ ਕੇ ਸਟੇਟਾਂ ਨੂੰ ਬਣਾਤਾ ਮੰਗਤੇ। ਤੇ ਉਦੋਂ ਆ ਜਿਹੜਾ ਦਿੱਤਾ ਸੀ ਨਾ, ਜਿਵੇਂ ਉਹ ਥੋੜਾ ਜਿਹਾ ਵੀ ਆ ਸਟੇਟਾਂ ਨੂੰ ਦਿੱਤਾ ਸੀ ਵੀ ਤੁਹਾਨੂੰ ਅਸੀਂ ਇਹ ਮੁਆਵਜ਼ਾ ਦੇਵਾਂਗੇ, ਇਹ ਮੁਆਵਜ਼ਾ ਦੇਣ ਦਾ ਮਤਲਬ ਇਹ ਸੀ ਕਿ ਇਹਨਾਂ ਨੂੰ ਮੰਗਤੇ ਬਣਾਉਣ ਵਾਲੀ ਗੱਲ ਸੀ। ਆਪਾਂ ਅੱਜ ਸਾਡੇ ਪ੍ਰਧਾਨ ਮੰਤਰੀ ਸਾਹਿਬ ਗਏ ਆ ਯੂਰਪੀ ਦੇਸ਼ਾਂ ਦੇ ਦੌਰੇ ਤੇ ਉਹ ਕੱਲ ਜਰਮਨ ਦੇ ਵਿੱਚ ਵੀ ਸੀ, ਕੱਲ ਕੇ ਪਰਸੋਂ। ਕਹਿੰਦੇ ਸੀ ਉੱਥੇ ਸਵਾਲਾਂ ਦੇ ਜਵਾਬ ਨਹੀਂ। ਹਾਂ ਚਲੋ, ਸਵਾਲਾਂ ਦੇ ਜਵਾਬ ਤਾਂ ਆਮ ਤੌਰ ਤੇ ਲੈਂਦੇ ਨਹੀਂ ਹੁੰਦੇ, ਉਹ ਤਾਂ ਇੱਥੇ ਕਿਹੜਾ ਲੈਂਦੇ ਆ, ਇੱਥੇ ਪਿੱਟ ਕੇ ਮਰ ਗਏ। ਜਿਹੜੇ ਵੱਡੇ ਵੱਡੇ ਟੋਪ ਟਰੰਕ ਹੈਗੇ, ਉਹ ਕਿਹੜਾ ਸੀਗਾ ਆਪਣਾ, ਇੱਕ ਫਿਲਮੀ ਕਲਾਕਾਰ ਨੂੰ ਤਾਂ ਇੰਟਰਵਿਊ ਦੇਤੀ ਸੀ, ਤੇ ਜਿਹੜੇ ਵੱਡੇ ਪੱਤਰਕਾਰ ਹੈ ਉਹ ਮੰਗੀ ਜਾਂਦੇ, ਸਮਾਂ ਦੇ ਦਿਓ ਜੀ, ਅਸੀਂ ਤੁਹਾਨੂੰ ਪਹਿਲਾਂ ਦੱਸ ਦਿਆਂਗੇ ਕਿ ਸਵਾਲ ਕੀ ਪੁੱਛਣੇ, ਤਿਆਰੀ ਕਰ ਲਿਓ ਤੇ ਆ ਜਾਓ, ਸਾਨੂੰ ਤੁਸੀਂ ਜਵਾਬ ਆਪਣਾ ਮੌਕਾ ਦੇ ਦਿਓ, ਨਹੀਂ ਦਿੱਤਾ ਜਾ ਰਿਹਾ।
ਤਾਂ ਉਹ ਹਿਟਲਰ ਕਹਿੰਦੇ ਵੀ ਇੱਕ ਵਾਰੀ ਪਾਰਲੀਮੈਂਟ ਜੁੜੀ ਹੋਈ ਸੀ ਜਰਮਨ ਦੀ ਜੀ, ਤੇ ਹਿਟਲਰ ਉੱਥੇ ਇੱਕ ਕੁੱਕੜ ਲੈ ਗਿਆ। ਹੂੰ ਉਹ ਕੁੱਕੜ ਲੈ ਕੇ ਪਾਰਲੀਮੈਂਟ ਦੇ ਮੈਂਬਰਾਂ ਦੇ ਸਾਹਮਣੇ ਉਹਨੇ ਕੁੱਕੜ ਦਾ ਕੱਲਾ ਕੱਲਾ ਖੰਭ ਪੱਟਣਾ ਸ਼ੁਰੂ ਕਰਤਾ। ਹੂੰ ਤੇ ਕੁੱਕੜ ਮਤਲਬ ਜਿਹੜਾ ਹੈਗਾ ਮਾਰੇ ਪਾਸੇ ਤਪਸੇ ਮਾਰੇ ਮਤਲਬ ਤੰਗ ਹੋਵੇ। ਤੇ ਜਿਹੜੇ ਚੰਗੇ ਦਿਲਾਂ ਵਾਲੇ ਮੈਂਬਰ ਪਾਰਲੀਮੈਂਟ ਸੀ ਉਹ ਪਸੀਜ ਗਏ ਵੀ ਯਾਰ ਇਹ ਕੀ ਕਰੀ ਜਾਂਦਾ। ਠਹਿਰੋ ਕਹਿੰਦਾ ਸਬਕ ਲਓ। ਤੇ ਜਦੋਂ ਖੰਭ ਸਾਰੇ ਪੱਟਤੇ ਤੇ ਫਿਰ ਹਿਟਲਰ ਨੇ 4 ਕੁ ਦਾਣੇ ਕੱਢੇ ਜੇਬ ਚੋਂ ਤੇ ਉਹ ਖਿਲਾਰਤੇ ਤੇ ਕੁੱਕੜ ਫਿਰ ਨਾਲ ਦੀ ਨਾਲ ਹੀ ਦਾਣੇ ਚੁਗਣ ਲੱਗ ਗਿਆ। ਤੇ ਹਿਟਲਰ ਕੰਨੀ ਫਿਰ ਉਹਨੀਆਂ ਮੁੜੀਆਂ ਵੀ ਮੇਰਾ ਕਿੰਨਾ ਮੇਰੇ ਤੇ ਦਿਆਲੂ ਹੋਇਆ। ਉਹ ਭੁੱਲ ਗਿਆ ਕਿ ਪਹਿਲਾਂ ਇਹਨੇ ਮੇਰੇ ਖੰਭ ਪੱਟੇ ਇਸ ਗੱਲ ਨੂੰ ਭੁੱਲ ਗਿਆ, ਪਰ ਉਹ ਕਹਿੰਦਾ ਵੀ ਮੇਰੇ ਤੇ ਦਿਆਲੂ ਹੋ ਗਿਆ। ਉਹ ਸਾਰਾ ਕੁਝ ਭੁੱਲ ਗਿਆ। ਮਤਲਬ ਇਹ ਪਹਿਲਾਂ ਹੁਣ ਤੁਹਾਡੇ ਪੱਟੇ ਤੁਹਾਨੂੰ ਤੁਹਾਡੇ ਤੇ ਦਿਆਲੂ ਹੋਏ, ਐਤਕੀ ਦਿਆਲੂ ਇਹ ਪਹਿਲਾਂ ਹੋ ਗਏ ਕਿ ਤੁਹਾਨੂੰ ਅਸੀਂ ਇੰਨਾ ਦੇ ਦਿਆਂਗੇ। ਤੇ ਖੰਭ ਹੁਣ ਪੱਟ ਲਏ, ਖੰਭ ਪੱਟੇ ਗਏ, ਖੰਭ ਰਿਹਾ ਕੱਖ ਨਹੀਂ। ਵੱਡੀ ਗੱਲ ਇਹ ਕਿ ਪੈਸਾ ਆਊਗਾ ਕਿੱਥੋਂ। ਹੁਣ ਇਹਦੇ ਨਾਲ ਤਾਂ ਮੇਰੇ ਖਿਆਲ ਮੁਤਾਬਕ ਸਾਡੇ ਕੋਲ ਇੱਕੋ ਸੋਰਸ ਹੈ, ਇੱਕੋ ਸੋਮਾ ਹੈ, ਉਹ ਹੈ ਪੈਟਰੋਲੀਅਮ ਪਦਾਰਥ ਜੀ, ਡੀਜ਼ਲ ਤੇ ਪੈਟਰੋਲ। ਆਪਣੀ CNG ਆ ਗਈ, ਰਸੋਈ ਗੈਸ ਆ ਗਈ। ਇਹਦੇ ਤੇ ਫਿਰ ਜਿਹੜੀ ਹੈਗੀ ਸਟੇਟ ਗਵਰਨਮੈਂਟ ਨੂੰ ਟੈਕਸ ਲਾਉਣੇ ਪੈਣਗੇ, ਵਧਾਉਣੇ ਪੈਣਗੇ। ਆਫਟਰ ਆਲ ਤਨਖਾਹਾਂ ਵੀ ਦੇਣੀਆਂ, ਪੈਸਾ ਕਿੱਥੋਂ ਆਊਗਾ ਜੀ। ਹੁਣ ਕੋਆਪਰੇਟਿਵ ਫੈਡਰਲਿਜ਼ਮ ਕਿੱਥੇ ਹੈ? ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਤਾਂ ਪ੍ਰਧਾਨ ਮੰਤਰੀ ਜੀ ਬੜਾ ਕੁਝ ਕਰਦੇ। ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਬਾਹਰਲੇ ਸਾਡੇ ਜਿਹੜੇ ਸਰੋਤੇ ਹੈ ਉਹ ਗੱਲ ਕਹਿੰਦੇ ਕਿ ਹਾਂ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ। ਸਾਡਾ ਵਿਸ਼ਵਾਸ ਕਿੱਥੇ ਹੈ? ਸਾਡਾ ਵਿਕਾਸ ਕਿੱਥੇ ਹੈ? ਸਾਡਾ ਸਾਥ ਕਿੱਥੇ ਹੈ? ਬਿਲਕੁਲ ਸਾਨੂੰ ਘੱਟੋ ਘੱਟ ਸਾਡਾ ਕੁਝ ਦਿਓ ਤਾਂ ਸੀ ਨਾ। ਫੈਡਰਲਿਜ਼ਮ ਦੀਆਂ ਗੱਲਾਂ ਤਾਂ ਕਰਦੇ ਹੋ, ਕੋਆਪਰੇਟਿਵ ਫੈਡਰਲਿਜ਼ਮ ਦੀ, ਪਰ ਪੈਸਾ ਚਾਹੀਦਾ ਜਿਸ ਪੈਸੇ ਦੇ ਨਾਲ ਅਸੀਂ ਆਪਣੀ ਸਰਕਾਰ ਚਲਾ ਸਕੀਏ, ਆਪਣੀ ਗੱਡੀ ਰੇੜ ਸਕੀਏ। ਤੇ ਮੈਨੂੰ ਲੱਗਦੀ ਹੈ ਕਿ ਇਸ ਹਿਸਾਬ ਦੇ ਨਾਲ ਤਾਂ ਉਹਨਾਂ ਨੇ ਕਾਫੀ ਹੋਰ ਤੰਗ ਕਰ ਦੇਣਾ, ਕਿਉਂਕਿ 2024 ਦੇ ਵਿੱਚ ਇਹ ਚੁਣੌਤੀ ਜਿਹੜੀ ਹੈ ਕਾਂਗਰਸ ਪਾਰਟੀ ਨਹੀਂ ਜੀ, ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ RSS ਨੂੰ ਪਤਾ ਹੈ ਕਿ 2024 ਦੇ ਵਿੱਚ ਚੁਣੌਤੀ ਉਹਨਾਂ ਨੂੰ ਕੁਝ ਰਾਜਾਂ ਦੇ ਵਿੱਚ ਬਣ ਕੇ ਜੇ ਆਊਗੀ ਤਾਂ ਉਹ ਆਮ ਆਦਮੀ ਪਾਰਟੀ ਆਊਗੀ। ਔਰ ਜਿਵੇਂ ਕੇਜਰੀਵਾਲ ਭਗਵੰਤ ਸਿੰਘ ਮਾਨ ਨੂੰ ਲੈ ਕੇ ਦੂਜੀਆਂ ਸਟੇਟਾਂ 'ਚ ਜਾਂਦੇ ਹੈ ਜੀ, ਔਰ ਜਾ ਕੇ ਕਹਿੰਦੇ ਵੀ ਆਹ ਦੇਖੋ ਮੇਰਾ ਮੁੱਖ ਮੰਤਰੀ। ਅੱਜ ਅਖਬਾਰ ਦੇਖ ਲਓ ਤੁਸੀਂ ਜੀ, ਅੱਜ ਦੇ ਅਖਬਾਰਾਂ ਦੇ ਵਿੱਚ ਫੁੱਲ ਪੇਜ ਦੇ ਇਸ਼ਤਿਹਾਰ ਲੱਗੇ ਹੈ। ਉਹਨਾਂ ਇਸ਼ਤਿਹਾਰਾਂ ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਬਜਟ ਲੋਕ ਬਣਾਉਣਗੇ, ਲੋਕਾਂ ਤੋਂ ਬਜਟ ਅਸੀਂ ਪੁੱਛਾਂਗੇ। ਇਹ ਇਸ਼ਤਿਹਾਰ ਲਾਉਣ ਦਾ ਮਕਸਦ ਕੀ ਹੈ? ਕਿ ਇਹ ਗੱਲ ਹਰਪਾਲ ਸਿੰਘ ਚੀਮਾ ਦਾ ਜਿਹੜਾ ਬਿਆਨ ਹੈ, ਬਿਆਨ ਤਾਂ ਅਖਬਾਰਾਂ ਛਪ ਹੀ ਗਿਆ। ਇਸ਼ਤਿਹਾਰ ਦੇਣ ਦੀ ਕੀ ਲੋੜ ਸੀ? ਇਹ ਇਸ਼ਤਿਹਾਰ ਜਿਹੜੇ ਹੈਗੇ ਦਾਨੇਵਾਲੀਆ ਸਾਹਿਬ ਦੂਜੀਆਂ ਸਟੇਟਾਂ ਜਿੱਥੇ ਚੋਣਾਂ ਹੋਣਗੀਆਂ ਉੱਥੋਂ ਦੀ ਜਨਤਾ ਵਾਸਤੇ ਦਿੱਤੇ ਜਾ ਰਹੇ ਹੈ ਕਿ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਭੇਜੋ ਕਿ ਜੀ ਲੋਕਾਂ ਦੀ ਮਰਜ਼ੀ ਦੇ ਨਾਲ ਅਸੀਂ ਜਿਹੜਾ ਹੈਗਾ ਲੋਕਾਂ ਦੀ ਸਹਿਮਤੀ ਦੇ ਨਾਲ ਬਜਟ ਬਣਾਵਾਂਗੇ, ਲੋਕ ਵਿੱਚ ਬਜਟ ਬਣਾਉਣਗੇ। ਮੈਨੂੰ ਇਹ ਦੱਸੋ ਜਿੱਥੇ ਦੀ 33% ਦੀ ਆਬਾਦੀ ਜਿਹੜੀ ਹੈਗੀ ਆ ਉਹ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਹੈ, ਉਹਨਾਂ ਨੂੰ ਬਜਟ ਕਾਹਦੇ ਨਾਲ ਕੀ ਪਤਾ ਵੀ ਬਜਟ ਕੀ ਹੁੰਦਾ। ਤੁਸੀਂ ਆਪਣਾ ਇੰਨਾ ਹਿਸਾਬ ਕਿਤਾਬ ਜਿਹਾ ਹੈਗਾ, ਆਪਾਂ ਚਾਹ ਪੀਣ ਦੀ ਗੱਲ ਕਰਦੇ, ਤੁਸੀਂ ਕਹਿੰਦੇ ਗਰੀਬੀ ਦਾ ਆ ਗਈ। ਹੁਣ ਉਹ ਗੱਲ ਹੈ ਨੀ ਗੀ, ਹਿਸਾਬ ਕਿਤਾਬ ਤਾਂ ਹਿੱਲਿਆ ਪਿਆ ਨਿੱਕੇ ਜਿਹੇ ਅਦਾਰੇ ਦਾ। ਐਡੇ ਵੱਡੇ ਜਿਹੜੇ ਜਿਨ੍ਹਾਂ ਲੋਕਾਂ ਨੂੰ ਵਿਚਾਰਿਆਂ ਨੂੰ ਇਹ ਹੀ ਨਹੀਂ ਪਤਾ ਬਜਟ ਹੁੰਦਾ ਕੀ ਹੈ, ਉਹ ਤਾਂ ਜੇ 4 ਰੁਪਏ ਦਿਹਾੜੀ ਕਰਕੇ ਆਇਆ ਬੰਦਾ ਤੇ ਲਿਆ ਕੇ ਉਹਨੇ ਘਰੇ ਫੜਾ ਦੇਣੇ। ਇਹ ਤਾਂ ਬੀਬੀ ਨੇ ਜਿਹਨੇ ਗ੍ਰਹਿਣੀ ਹੈ, ਜਿਹਨੇ ਘਰ ਚਲਾਉਣਾ ਹੈ, ਉਹਨੂੰ ਪਤਾ ਕੀ ਗੱਲ। ਤੇ ਕੇਜਰੀਵਾਲ ਨੋਟ ਕਰਦਾ ਇਸ ਗੱਲ ਨੂੰ, ਜਾਣਦਾ ਹੈ। ਇਸੇ ਕਰਕੇ ਕੇਜਰੀਵਾਲ ਨੇ ਕਿਹਾ ਸੀ ਨਾ ਵੀ ਬੀਬੀਆਂ ਦੇ ਖਾਤਿਆਂ 'ਚ 1000 ਰੁਪਇਆ ਪਾਵਾਂਗੇ। ਉਹ ਲਿਪਸਟਿਕ ਵਾਸਤੇ ਨਹੀਂ ਸੀ, ਨਾ ਉਹ ਸੰਦੂਰ ਲਈ ਸੀ ਜਾਂ ਬਿੰਦੀ ਲਈ ਸੀ। ਉਹ 1000 ਰੁਪਇਆ ਉਹਦੇ ਵਾਸਤੇ ਕਿ ਉਹਨਾਂ ਦੀ ਰਸੋਈ ਨਾ ਹੋਵੇ। ਹੁਣ ਜਿਨ੍ਹਾਂ ਦੀ ਰਸੋਈ ਦਾ ਫਿਕਰ ਹੈ ਉਹ ਬਜਟ ਬਣਾਉਣਗੇ। ਇਹ ਬਜਟ ਇਹ ਸਿਰਫ ਦਿਮਾਗ ਉਧਰ, ਇਹ ਦਿਮਾਗ ਜਿਹੜਾ ਦੱਸੋ ਵੀ ਜੇ ਉਹਨਾਂ ਦੇ ਬਜਟ ਬਣਦੇ ਹੁੰਦੇ, ਜੇ ਆਮ ਲੋਕ ਹੀ ਬਜਟ, ਫਿਰ ਤੁਹਾਨੂੰ ਚੁਣ ਕੇ ਅਸੀਂ ਕੀ ਲੈਣਾ ਸੀ? ਨਹੀਂ ਮੈਂ ਹੁਣ ਜਿਹੜਾ ਮੇਰਾ ਪੁਆਇੰਟ ਹੈ ਕਿ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਹੈ, ਇਹ ਉਹ ਕੀਤਾ ਜਾ ਰਿਹਾ ਹੈ ਭਗਵੰਤ ਸਿੰਘ ਮਾਨ ਤੇ ਪੰਜਾਬ ਨੂੰ ਇੱਕ ਸ਼ੀਸ਼ਾ ਬਣਾ ਕੇ, ਇੱਕ ਮਾਡਲ ਬਣਾ ਕੇ ਪੇਸ਼ ਕਰਨਾ ਵੀ ਇਹਦਾ ਦੇਖੋ ਕੀ। ਔਰ ਇਹਦਾ ਜਿਹੜਾ ਹੈਗਾ ਇਹਦਾ ਇਹ ਹੈ ਕਿ ਇਹਦਾ ਬੈਨੀਫਿਟ ਇਹਨਾਂ ਨੂੰ 2024 ਦੀਆਂ ਚੋਣਾਂ 'ਚ ਮਿਲੂਗਾ। ਔਰ ਉਹ 2024 ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਨਰਿੰਦਰ ਮੋਦੀ ਤੋਂ ਇਹ ਨਾ ਆਸ ਕਰੋ ਕਿ ਨਰਿੰਦਰ ਮੋਦੀ ਪੰਜਾਬ ਨੂੰ ਕੁਝ ਦੇਊਗਾ। ਉਹ ਗੱਲ ਹੋਰ ਕੁੱਟੂਗਾ ਨਹੀਂ, ਉਹਨੇ ਉਹ ਗੱਲ ਹੋਰ ਕੁੱਟਣਾ। ਤੇ ਇਹ 18,000 ਕਰੋੜ ਰੁਪਏ ਦਾ ਜਿਹੜਾ ਘੱਟ ਹੈ, ਇਹ ਪਤਾ ਨਹੀਂ ਕਿੱਥੇ ਉਧਰੋਂ ਤੁਸੀਂ ਕਰਜ਼ੇ ਦੇ ਕਰਜ਼ਾ ਚੱਕੀ ਜਾਂਦੇ। ਤੇ ਹੁਣ ਢਿੱਲੋਂ ਸਾਹਿਬ ਆਪਾਂ ਆ ਜਾਈਏ ਦੇਸ਼ ਧਰੋਹ ਕਾਨੂੰਨ ਦੇ ਮਾਮਲੇ ਦੇ ਵਿੱਚ ਸੁਣਵਾਈ ਸੀਗੀ ਜੀ, ਤੇ ਕੇਂਦਰ ਨੂੰ ਵੀ ਸੁਣਵਾਈ 5 ਮਈ ਨੂੰ ਜਿਹੜਾ ਜੀ ਬਿਲਕੁਲ ਜਸਟਿਸ ਰਮਨਾ ਸਾਹਿਬ ਨੇ ਜਿਹੜੇ ਚੀਫ ਜਸਟਿਸ ਉਹਨਾਂ ਨੇ ਕਹਿ ਦਿੱਤਾ ਸੀ ਕਿ ਜੀ ਅਸੀਂ ਇਹਦੇ ਤੇ ਸੁਣਵਾਈ ਕਰਨੀ ਹੈ ਜੀ। ਔਰ ਇਹ ਜਿਹੜੀ ਹੈਗੀ ਆ ਪਟੀਸ਼ਨਾਂ ਪਾਈਆਂ, ਇੱਕ ਤਾਂ ਕੋਈ ਰਿਟਾਇਰਡ ਮੇਜਰ ਜਨਰਲ ਉਹਨਾਂ ਨੇ ਪਾਈ ਹੈ, ਇੱਕ ਪਟੀਸ਼ਨ ਐਡੀਟਰਸ ਗਿਲਡ ਨੇ ਪਾਈ ਹੈ ਜੀ। ਔਰ ਇਹ ਪਟੀਸ਼ਨ ਪੈਣ ਤੋਂ ਪਹਿਲਾਂ, ਇਹਨਾਂ ਪਟੀਸ਼ਨਾਂ ਨੂੰ ਪੈਣ ਤੋਂ ਪਹਿਲਾਂ ਜਦੋਂ ਗਾਹੇ ਵਗਾਹੇ ਦੇਸ਼ ਧਰੋਹੀ ਦੇ ਕੇਸਾਂ ਦੇ ਮਾਮਲੇ ਜਾਂਦੇ ਹੈ ਸੁਪਰੀਮ ਕੋਰਟ ਕੋਲੇ, ਹਾਈ ਕੋਰਟਾਂ ਕੋਲੇ, ਬਹੁਤ ਸਾਰੀਆਂ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਵੀ ਕਈ ਵਾਰੀ ਇਹ ਗੱਲ ਕਹਿ ਚੁੱਕੀ ਹੈ ਕਿ ਜਿਹੜਾ ਦੇਸ਼ ਧਰੋਹੀ ਦਾ ਇਹ ਬਸਤੀਵਾਦੀ ਕਾਨੂੰਨ ਹੈ,
ਜੀ ਇਹ ਕਾਨੂੰਨ ਕਦੇ ਮਹਾਤਮਾ ਗਾਂਧੀ ਦੇ ਖਿਲਾਫ ਵੀ ਇਸਤੇਮਾਲ ਹੁੰਦਾ ਰਿਹਾ ਹੈ। ਮਹਾਤਮਾ ਗਾਂਧੀ ਨੂੰ ਤੁਸੀਂ ਰਾਸ਼ਟਰਪਿਤਾ ਕਹਿੰਦੇ ਹੋ, ਔਰ ਤੁਹਾਡੇ ਰਾਸ਼ਟਰਪਿਤਾ ਦੇ ਉੱਤੇ ਜਿਹੜਾ ਕਾਨੂੰਨ ਲੱਗਦਾ ਰਿਹਾ ਉਹਨੂੰ ਤੁਸੀਂ ਅਜੇ ਤੱਕ ਜਿੰਦਾ ਰੱਖਿਆ ਹੋਇਆ ਹੈ ਜੀ। ਇਸ ਕਾਨੂੰਨ ਦੀ ਲੋੜ ਕੀ ਹੈਗੀ? ਤੇ ਦੇਸ਼ ਧਰੋਹੀ ਦਾ ਮਾਮਲਾ ਜਿਹਦੇ ਮਰਜ਼ੀ ਹੈ ਫਿੱਟ ਕਰ ਦਿਓ। ਕੋਈ ਵੀ ਬੰਦਾ ਜਿਹੜਾ ਥੋੜੀ ਬਹੁਤੀ ਜਿਹੜੀ ਹੈ ਗੈਰਤ ਰੱਖਦਾ ਹੈ ਔਰ ਉਹ ਸਰਕਾਰ ਨੂੰ ਕ੍ਰਿਟੀਸਾਈਜ਼ ਕਰਦੇ, ਕਿੰਨੇ ਪੱਤਰਕਾਰ ਹੈ ਜਿਨ੍ਹਾਂ ਦੇ ਦੇਸ਼ ਧਰੋਹੀ ਦੇ ਕੇਸ ਲਾਏ ਵੀ, ਕਿੰਨੇ ਜਿਹੜੇ ਹੈਗੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਲੋਕ ਹੈ ਜਿਨ੍ਹਾਂ ਦੇ ਦੇਸ਼ ਧਰੋਹੀ ਦੇ ਕੇਸ ਲਾਏ ਵੀ ਜੀ। ਉਹ ਤੋਂ ਪਹਿਲਾਂ ਮਤਲਬ ਸਾਰੀਆਂ ਚੀਜ਼ਾਂ ਆ ਗਈਆਂ ਸੀ, ਤੇ ਹੁਣ ਜਦੋਂ ਇਹ ਪਟੀਸ਼ਨਾਂ ਦੋਨੇ ਲੱਗ ਗਈਆਂ, ਇਹਨਾਂ ਪਟੀਸ਼ਨਾਂ ਦੇ ਉੱਤੇ ਫਿਰ ਮਾਣਯੋਗ ਸੁਪਰੀਮ ਕੋਰਟ ਨੇ ਕਹਿਤਾ ਕਿ 5 ਮਈ ਨੂੰ ਜੀ ਅਸੀਂ ਦੀ ਫਾਈਨਲ ਸੁਣਵਾਈ ਕਰਨੀ ਹੈ ਜੀ। ਤੇ 5 ਮਈ ਤੋਂ ਪਹਿਲਾਂ ਤੁਸੀਂ ਆਪਣਾ ਹਲਫਨਾਮਾ ਜਿਹੜਾ ਹੈਗਾ ਉਹ ਪੇਸ਼ ਕਰ ਦਿਓ। ਇਹ ਇਨਫੋਰਮੇਸ਼ਨ ਭਾਰਤ ਸਰਕਾਰ ਨੂੰ ਵੀ ਮਿਲ ਗਈ ਹੈ ਜੀ ਕਿ ਜੀ ਇਹਦਾ ਇਹਨਾਂ ਨੇ ਫੈਸਲਾ ਕਰ ਦੇਣਾ। ਇਸੇ ਕਾਰਨ ਹੁਣ ਭਾਰਤ ਸਰਕਾਰ ਨੇ ਅਪਰੋਚ ਕੀਤਾ ਹੈ ਸੁਪਰੀਮ ਕੋਰਟ ਨੂੰ ਕਿ ਜੀ ਸਾਨੂੰ ਵਕਤ ਦੇ ਦਿਓ। ਹਲਫਨਾਮਾ ਤਿਆਰ ਹੈ, ਕਹਿੰਦੇ ਜੀ ਅਸੀਂ ਜਿਹੜੀ ਕੰਪੀਟੈਂਟ ਅਥਾਰਟੀ ਹੈ, ਭਾਰਤ ਸਰਕਾਰ ਹੈ, ਉਹਨਾਂ ਤੋਂ ਪ੍ਰਵਾਨਗੀ ਲੈਣੀ ਹੈ। ਪ੍ਰਵਾਨਗੀ ਲੈਣ ਦੇ ਉੱਤੇ ਕਿੰਨੇ ਕੁ ਦਿਨ ਲੱਗ ਜਾਣਗੇ? ਅੱਜ 3 ਤਾਰੀਖ ਹੈ, ਉਹ ਤੇ ਜੇ ਲੈਣੀ ਹੋਵੇ ਤਾਂ ਤੁਸੀਂ ਘੰਟੇ 'ਚ ਲੈ ਸਕਦੇ। ਘੰਟੇ 'ਚ ਰਾਤ ਨੂੰ ਅਦਾਲਤਾਂ ਖੁੱਲ੍ਹ ਸਕਦੀਆਂ ਨਾ। ਹਾਂ, ਜੇ ਰਾਤ ਨੂੰ ਅਦਾਲਤਾਂ ਖੁੱਲ੍ਹ ਸਕਦੀਆਂ, ਸਿਗਨੇਚਰ ਹੀ ਕਰਾਉਣੇ। ਹੁਣ 5 ਜਿਹੜੀ ਜੂਨ ਦੀ ਜਾਂ 5 ਮਈ ਦੀ ਜਿਹੜੀ ਸੁਣਵਾਈ ਹੈ ਉਹਨੂੰ ਟਾਲਣ ਵਾਸਤੇ ਇਹ ਇੱਕ ਹੀਲਾ ਜਿਹਾ ਮਾਰਿਆ। ਦੇਖਣ ਵਾਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਇਹਨੂੰ ਪ੍ਰਵਾਨ ਕਰਦੀ ਹੈ ਜਾਂ ਨਹੀਂ ਕਰਦੀ। ਤੇ ਢਿੱਲੋਂ ਸਾਹਿਬ, ਇੱਕੋ ਵੀਡੀਓ ਆਈ ਹੈ ਬੜੀ ਕਲੱਬ ਦੇ ਵਿੱਚ, ਇੱਕ ਰਾਹੁਲ ਗਾਂਧੀ ਜੀ ਖੜੇ ਆ, ਕੋਈ ਸਿਕਿਉਰਿਟੀ ਨਹੀਂ, ਇੱਥੇ ਤਾਂ ਕੋਈ ਚੀੜੀ ਨਹੀਂ ਫਰਕਣ ਦਿੰਦਾ। ਉਹਨੇ ਵੀ ਆਪਣੇ ਸਿਆਸਤ ਨੂੰ ਜਿਹੜਾ ਉਹ ਹਵਾ ਦਿੱਤੀ ਹੈ, ਬਾਬਰੂਲਾ ਠਾਤਾ। ਦੇਖੋ ਗੱਲ ਇਹ ਹੈ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਇੱਕ ਵਾਰੀ ਕਾਬਲ ਤੋਂ ਜਹਾਜ਼ ਲੈ ਕੇ ਉੱਡੇ ਸੀ ਜੀ। ਜਹਾਜ਼ ਦੇ ਵਿੱਚ ਬਹਿ ਕੇ ਤੇ ਇਹਨਾਂ ਨੇ ਉਡਾ ਲਿਆ ਸੀ ਤੇ ਉਹ ਜਹਾਜ਼ ਆ ਕੇ ਉਤਰਿਆ ਕਿੱਥੇ ਸੀ ਜੀ? ਪਾਕਿਸਤਾਨ 'ਚ ਜੀ। ਆਪਾਂ ਉਸ ਵੇਲੇ ਵੀ ਉਹ ਖਬਰ ਡਿਸਕਸ ਕੀਤੀ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਕਰੀਬੀ ਮਿੱਤਰ ਸੀ, ਅੱਜ ਦੇ ਹੁਣ ਵਾਲੇ ਪ੍ਰਧਾਨ ਮੰਤਰੀ ਬਣੇ ਆ ਸ਼ਾਹਬਾਜ਼ ਸ਼ਰੀਫ ਜੀ, ਇਹਨਾਂ ਦੇ ਭਰਾਤਾ ਵੱਡੇ ਨਵਾਜ਼ ਸ਼ਰੀਫ ਉੱਥੋਂ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਤੇ ਇਹਨਾਂ ਦੇ ਘਰ ਦੇ ਵਿੱਚ ਕੋਈ ਫੰਕਸ਼ਨ ਸੀ ਜੀ, ਸ਼ਾਇਦ ਮੇਰਾ ਖਿਆਲ ਹੈ ਕੋਈ ਕਿਸੇ ਦਾ ਵਿਆਹ ਵਗੈਰਾ ਸੀ। ਅੱਛਾ। ਤੇ ਪ੍ਰਧਾਨ ਮੰਤਰੀ ਸਾਹਿਬ ਬਗੈਰ ਬੁਲਾਇਆ, ਬਗੈਰ ਕਿਸੇ ਸ਼ਡਿਊਲ ਤੋਂ ਸਿੱਧੇ ਲਾਹੌਰ ਦੇ ਹਵਾਈ ਅੱਡੇ ਤੇ ਉਤਰੇ ਤੇ ਉਹਨਾਂ ਦੇ ਘਰ ਚਲੇ ਗਏ ਸੀ ਆਪਣੀ ਟੈਕਸੀ ਲੈ ਕੇ। ਅਮਲਾ ਫੈਲਾ ਦੇ ਨਾਲ ਹੋਰ ਵੀ ਬਹੁਤ ਸਾਰਾ ਸੀ ਤੇ ਉਹ ਅਮਲਾ ਫੈਲਾ ਜਿਹੜਾ ਉੱਥੇ ਉਤਰਿਆ ਉਹ ਅਨਧਿਕਾਰਤ ਆਪਾਂ ਕਹਿ ਸਕਦੇ ਹਾਂ ਉਤਰਿਆ, ਜਿਨ੍ਹਾਂ ਦੇ ਕੋਲੇ ਜਿਹੜਾ ਜਿਹੜੇ ਟਰੈਵਲਿੰਗ ਦੇ ਡਾਕੂਮੈਂਟਸ ਹੁੰਦੇ ਆ ਉਹ ਨਹੀਂ ਹੋਣੇ, ਕਿਉਂਕਿ ਉਹਨਾਂ ਦੀ ਸ਼ਡਿਊਲ ਦੇ ਵਿੱਚ ਹੀ ਹੈ ਨਹੀਂ ਸੀ। ਉਸ ਵੇਲੇ ਤੁਸੀਂ ਦੇਖੋ ਪ੍ਰਧਾਨ ਮੰਤਰੀ ਦੇ ਨਾਲ ਕਿੰਨੀ ਸਿਕਿਉਰਿਟੀ ਸੀ ਜਦੋਂ ਉੱਥੇ ਗਏ ਸੀ। ਹੁਣ ਇਹ ਰਾਹੁਲ ਗਾਂਧੀ ਹੈ ਜਿਹੜਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਰਾਹੁਲ ਗਾਂਧੀ ਦਾ ਪਾਲਣ ਪੋਸ਼ਣ ਜਿਹੜਾ ਹੈਗਾ ਵੱਡੇ ਘਰਾਣੇ 'ਚ ਹੋਇਆ ਜੀ। ਮਾਂ ਉਹਦੀ ਯੂਰਪੀਅਨ ਪਿਛੋਕੜ ਵਾਲੀ ਹੈ ਔਰ ਉਹ ਨਾਨਕਿਆਂ ਦੇ ਵਿੱਚ ਵੀ ਆਉਂਦਾ ਜਾਂਦਾ ਰਹਿੰਦਾ, ਦੁਨੀਆ ਨੇ ਕਹੀ ਪੜ੍ਹ ਕੇ ਵੀ ਬਾਹਰ ਹੈ, ਉਹਦਾ ਇੱਕ ਆਪਣੀ ਕਿਸਮ ਦੀ ਡਿਵੈਲਪਮੈਂਟ ਹੋਈ ਜੀ। ਲੇਕਿਨ ਜਿੱਥੋਂ ਤੱਕ ਆਪਾਂ ਉਹਦੀ ਸੋਚ ਦੀ ਗੱਲ ਕਰ ਲਈਏ, ਇਹ ਠੀਕ ਆ, ਆਪਾਂ ਮੰਨਦੇ ਹਾਂ ਕਿ ਉਹਨਾਂ ਦਾ ਜਿਹੜਾ ਕਾਰ ਵਿਹਾਰ ਹੈ ਉਹ ਆਰਗੇਨਾਈਜੇਸ਼ਨ ਨੂੰ ਚਲਾਉਣ ਵਾਲਾ ਹੈ ਨਹੀਂ, ਲੇਕਿਨ ਕਲੈਰਿਟੀ ਹੈ ਜੀ। ਉਹ RSS ਦੀ ਵਿਚਾਰਧਾਰਾ ਦਾ ਕੱਟੜ ਆਲੋਚਕ ਹੈ। ਹੁਣ ਉਹ ਅੱਜ ਕੱਲ੍ਹ ਨੇਪਾਲ ਦੇ ਦੌਰੇ ਤੇ ਤੇ 5 ਦਿਨਾਂ ਦੇ ਦੌਰੇ ਤੇ ਜੀ। ਨੇਪਾਲ ਦੇ ਵਿੱਚ ਇੱਕ ਪੱਬ ਦੇ ਵਿੱਚ ਜਿੱਥੇ ਮਤਲਬ ਦਾਰੂ ਸੁੱਕਾ ਸਾਰਾ ਚੱਲਦਾ ਹੁੰਦਾ ਹੈ, ਉੱਥੇ ਰਾਹੁਲ ਗਾਂਧੀ ਮੌਜੂਦ ਹੈ ਜੀ। ਉਹਦੀਆਂ 2 ਵੀਡੀਓਜ਼ ਜਾਰੀਆਂ ਹੋਈਆਂ, ਇੱਕ ਤਾਂ ਉਹ ਆਪਦਾ ਕੋਈ ਵੇਖੀ ਜਾਂਦਾ ਹੈ ਆਪਣਾ ਮੋਬਾਈਲ ਫੋਨ ਦੇ ਉੱਤੇ ਕੁਝ ਦੇਖੀ ਜਾਂਦਾ ਹੈ, ਦੂਜਾ ਇੱਕ ਬੀਬੀ ਬੈਠੀ ਹੈ ਜੀ। ਉਹ ਬੀਬੀ ਕੋਈ ਡਰਿੰਕ ਕਰ ਰਹੀ ਹੈ, ਪਤਾ ਨਹੀਂ ਕੋਈ ਉਹ ਸ਼ਰਬਤ ਪਾਣੀ ਜੋ ਵੀ ਚਿੱਟਾ ਜਿਹਾ ਦੇਖ ਰਿਹਾ, ਬਸ ਉਹ ਪੀ ਰਹੀ ਹੈ ਤੇ ਇਹ ਉਹਦੇ ਕੋਲੇ ਖੜੋਤਾ ਹੈ। ਉਹ ਕਿਸੇ ਬੰਦੇ ਨੇ ਜਿਹਨੇ ਤਸਵੀਰ ਖਿੱਚੀ ਸੀ, ਉਹਨੇ ਆਪਣੇ ਸੋਸ਼ਲ ਮੀਡੀਆ ਜਾਂ ਫੇਸਬੁੱਕ ਤੇ ਪਾਤੀ ਜੀ। ਉੱਥੋਂ ਬਸ ਹੀ ਫਿਰ ਭੁਚਾਲ ਆ ਗਿਆ। ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਚੱਕ ਲਿਆ, ਕਹਿੰਦੇ ਜੀ ਜਦੋਂ ਬੰਬੇ ਦੇ ਵਿੱਚ ਬਹੁਤ ਵੱਡੀ ਇੱਕ ਗੜਬੜ ਹੋ ਗਈ ਸੀ ਜੀ, ਬੰਬੇ ਦੇ ਵਿੱਚ ਹਮਲੇ ਹੋ ਗਏ ਸੀ, ਉਦੋਂ ਵੀ ਕਹਿੰਦੇ ਬਾਹਰ ਗਿਆ ਹੋਇਆ ਸੀ ਕਿਸੇ ਪੱਬ ਦੇ ਵਿੱਚ, ਕਿਸੇ ਪਾਰਟੀ ਸੀ। ਹੁਣ ਕਹਿੰਦੇ ਕਾਂਗਰਸ ਪਾਰਟੀ ਟੁੱਟ ਭੱਜ ਰਹੀ ਹੈ, ਕਾਂਗਰਸ ਪਾਰਟੀ ਤਾਂ ਖਤਮ ਹੋ ਰਹੀ ਹੈ, ਤੇ ਕਹਿੰਦੇ ਫਿਰ ਵਿਦੇਸ਼ ਚਲਾ ਗਿਆ। ਵੀ ਕਾਂਗਰਸ ਖਤਮ ਹੁੰਦੀ ਹੈ, ਤੁਸੀਂ ਤਾਂ ਖਤਮ ਕਰਨਾ ਚਾਹੁੰਦੇ, ਤੁਸੀਂ ਕਿਉਂ ਫਿਕਰ ਕਰਦੇ ਹੋ? ਤੁਹਾਡੇ ਢਿੱਡ 'ਚ ਪੀੜ ਕਿਉਂ ਹੁੰਦੀ ਹੈ? ਤੁਸੀਂ ਕਿਉਂ ਫਿਕਰ ਕਰਦੇ ਹੋ? ਤੁਸੀਂ ਤਾਂ ਦੀਵੇ ਜਗਾਓ, ਤੁਸੀਂ ਦੀਵੇ ਜਗਾਓ ਵੀ ਭਾਈ ਉਹ ਗਿਆ ਤੇ ਕਾਂਗਰਸ ਪਾਰਟੀ ਦੀ ਟੁੱਟ ਭੱਜ ਹੋ ਰਹੀ ਹੈ। ਜਾਂ ਮੇਰਾ ਖਿਆਲ ਕਿਤੇ ਇਹਨੂੰ ਇਹ ਨਾ ਡਰ ਹੋ ਜਾਵੇ ਉਹ ਕਾਂਗਰਸ ਪਾਰਟੀ ਠੇਕੇ ਤੇ ਦੇਣ ਨੂੰ ਫਿਰਦੀ ਸੀ ਨਾ, ਤੇ ਉਹ ਠੇਕੇ ਵਾਲੀ ਗੱਲ ਉਹਨਾਂ ਦੀ ਪੂਰੀ ਨਹੀਂ ਉਤਰੀ ਤੇ ਠੇਕੇਦਾਰ ਬੜਾ ਕਾਲਾ ਹੋ ਗਿਆ, ਉਹ ਪ੍ਰਸ਼ਾਂਤ ਕਿਸ਼ੋਰ, ਵੀ ਮੈਨੂੰ ਛੇਤੀ ਦਿਓ ਜੀ ਉਹ ਠੇਕੇ ਤੇ। ਮੇਰਾ ਖਿਆਲ ਵੀ ਗੱਲ ਵਿੱਚ ਰਹਿ ਗਈ ਤੇ ਉਹਨੂੰ ਇਹ ਜਾਂ ਤਾਂ ਇਹ ਲੱਗਦੀ ਹੈ ਇਹਨਾਂ ਨੂੰ ਵੀ ਇਹ ਮਾੜਾ ਮੋਟਾ ਜਿਹੜਾ ਸੰਭਾਲ ਨਾ ਲੈਣ ਤੇ ਆਪਾਂ ਹੁਣ ਉੱਥੇ ਅਟੈਕ ਕਰੀਏ। ਅਟੈਕ ਕਰਨ ਵਾਲੇ ਬੀਜੇਪੀ ਦੇ ਵੱਡੇ ਵੱਡੇ ਲੀਡਰ ਹੈ ਜੀ, ਲੇਕਿਨ ਹਕੀਕਤ ਕੀ ਆਈ ਹੈ? ਭਾਵੇਂ ਕਾਂਗਰਸ ਪਾਰਟੀ ਨੇ ਕਹਿਤਾ, ਕਾਂਗਰਸ ਪਾਰਟੀ ਨੇ ਕਹਿਤਾ ਕਿ ਹੁਣ
ਜੇ ਕਿਸੇ ਮਿੱਤਰ ਦੋਸਤ ਦੇ ਵਿਆਹ ਜਾਣਾ ਹੈ, ਜੀ ਉਹ ਵੀ ਭਾਰਤੀ ਜਨਤਾ ਪਾਰਟੀ ਵਾਲਿਆਂ ਤੋਂ ਪ੍ਰਵਾਨਗੀ ਲੈਣੀ ਪੈਣੀ ਹੈ। ਅੱਛਾ ਜੀ। ਲੇਕਿਨ ਜਿਹੜੀ ਹਕੀਕਤ ਆ, ਹਕੀਕਤ ਤੋਂ ਸਾਹਮਣੇ ਆ ਗਈ ਜੀ। ਹੂੰ। ਉਹ ਇੱਕ ਲੜਕੀ ਹੈ ਜਿਸ ਲੜਕੀ ਦੀ ਸ਼ਾਦੀ ਹੈ, ਅੱਛਾ ਜੀ। ਔਰ ਉਹ ਲੜਕੀ CNB ਕੀ ਕਿਹੜੀ ਉਹ ਹੈਗੀ ਹੈ, ਇੰਟਰਨੈਸ਼ਨਲ ਲੈਵਲ ਦੀ ਵੀ ਹੈ। CNBC। ਹਾਂ, CNBC ਉਹਦੀ ਜਰਨਲਿਸਟ ਹੈ। ਅੱਛਾ ਜੀ। ਉਹਦੀ ਪੱਤਰਕਾਰ, ਲੜਕੀ ਦਾ ਬਾਪ ਨੇਪਾਲ ਵੱਲੋਂ ਬਰਮਾ ਦੇ ਵਿੱਚ ਅੰਬੈਸਡਰ ਹੈ, ਅੰਬੈਸਡਰ। ਅੱਛਾ ਜੀ। ਰਾਜਦੂਤ ਹੈ। ਉਹਨੇ ਹੁਣ ਕਲੈਰੀਫਿਕੇਸ਼ਨ ਦਿੱਤੀ ਹੈ। ਉਹ ਕਹਿੰਦਾ ਮੇਰੀ ਧੀ ਦੇ ਵਿਆਹ ਦੇ ਵਿੱਚ ਰਾਹੁਲ ਗਾਂਧੀ ਹੈ, ਤੁਹਾਨੂੰ ਕੀ ਤਕਲੀਫ ਹੈ? ਹੂੰ। ਹੁਣ ਉਹ ਜਿੱਥੇ ਵਿਆਹ ਰੱਖੂਗਾ ਬੰਦਾ ਉੱਥੇ ਹੀ ਜਾਊਗਾ, ਉੱਥੇ ਹੀ ਜਾਊਗਾ। ਹੋਰ ਇਹ ਤਾਂ ਨਹੀਂ ਹੁਣ ਵਿਆਹ ਸਵੇਰ ਤੱਕ ਰੱਖਿਆ ਨਹੀਂ ਜਾਂਦਾ। ਵਿਆਹ ਤਾਂ ਕਿਸੇ ਪੱਬ 'ਚ ਰੱਖਿਆ ਜਾਊਗਾ ਜਾਂ ਪਾਰਟੀ ਹੈ, ਉਹਨੂੰ ਕਹਿੰਦੇ ਬੈਚਲਰਸ ਪਾਰਟੀ, ਜਿਹੜੀ ਇੱਕ ਦਿਨ ਪਹਿਲਾਂ ਕਰਦੇ ਨੇ, ਰਿਵਾਜ ਹੈ ਇਹਨਾਂ ਦਾ। ਜੀ ਜਿਹੋ ਜੀ ਪਹੁੰਚ ਹੁੰਦੀ ਹੈ। ਜੇ ਹੁਣ ਇੱਥੇ ਆਪਾਂ ਦੇਖੀਏ ਵੀ ਕੋਈ ਵੱਡਾ ਬੰਦਾ ਆਪਦੀ ਧੀ ਭੈਣ ਦਾ ਵਿਆਹ ਕਰੂਗਾ ਤਾਂ ਉਹ ਤਾਂ ਬਹੁਤ ਵੱਡੇ ਹੋਟਲਾਂ 'ਚ ਕਰੂਗਾ, ਜਾਂ ਮਤਲਬ ਜੇ ਮੈਰਿਜ ਪੈਲਸਾਂ 'ਚ ਕਰਾਂਗੇ। ਆਪਣੇ ਵਾਲੇ ਛੋਟੇ ਜਿਹੇ ਮੈਰਿਜ ਪੈਲਸ ਕਰ ਲੈਂਦੇ, ਕਮਿਊਨਿਟੀ ਸੈਂਟਰ 'ਚ ਕਰ ਲੈਂਦੇ। ਜਿਵੇਂ ਜਿਵੇਂ ਪੈਸਾ ਵੱਧਦਾ ਜਾਂਦਾ, ਕੋਈ ਚੰਡੀਗੜ੍ਹ ਜਾ ਕੇ ਕਰ ਲੈਂਦਾ, ਕੋਈ ਜੈਪੁਰ ਕਰ ਲੈਂਦਾ, ਕੋਈ ਦਿੱਲੀ ਜਾ ਕੇ ਕਰ ਲੈਂਦਾ। ਉਹ ਇੱਕ ਵਿਆਹ ਹੈ। ਵਿਆਹ ਨੂੰ ਲੈ ਕੇ ਤੁਸੀਂ ਮਤਲਬ ਉਹਨੂੰ ਇਸ ਤਰ੍ਹਾਂ ਉਛਾਲਣਾ, ਮੇਰਾ ਖਿਆਲ ਹੈ ਯਾਰ ਪ੍ਰਾਈਵੇਸੀ ਵੀ ਤਾਂ ਬੰਦੇ ਦੀ ਕੋਈ ਬਿਲਕੁਲ। ਕਿਸੇ ਬੰਦੇ ਦੀ ਪ੍ਰਾਈਵੇਸੀ ਤੁਸੀਂ ਚੱਕ ਕੇ ਸੋਸ਼ਲ ਜਿਹਦੀ ਮਰਜ਼ੀ ਚੱਕ ਲਓ ਫਿਰ। ਨਾਲੇ ਉਹ ਕਿਹੜਾ, ਤੁਸੀਂ ਇਹ ਦੱਸੋ ਨਾ, ਸੰਵਿਧਾਨਕ ਅਹੁਦੇ ਤੇ ਕਿਸੇ ਤੇ ਯਾਰ ਸੰਵਿਧਾਨਕ ਅਹੁਦੇ ਤੇ ਵੀ ਹੋਵੇ ਤੇ ਸੰਵਿਧਾਨਕ ਅਹੁਦੇ ਵਾਲੇ ਜਾਂਦਾ ਨਹੀਂ ਤਾਂ। ਹਾਂ, ਬਸ ਤੁਸੀਂ ਜਦੋਂ ਜਾਏ ਹੋ ਬਿਨਾਂ ਪੁੱਛੇ ਬਿਨਾਂ ਸੱਦੇ, ਤੁਹਾਡੇ ਕੀ ਕਹਿੰਦੇ ਆ, ਪਾਕਿਸਤਾਨ ਜਾਏ ਤਾਂ ਤੁਹਾਡੇ ਬੰਦੇ ਉੱਥੇ ਤੜੇ ਰਹੇ ਆ, ਕੋਈ ਵੀਜ਼ਾ ਨਹੀਂ, ਕੋਈ ਹੋਰ ਨਹੀਂ, ਤੇ ਅਗਲੇ ਨੇ ਨਾਲੇ ਤੁਹਾਨੂੰ ਬਿੱਲ ਐਡਾ ਭੇਜਤਾ ਵੀ ਤੇਰਾ ਜਹਾਜ਼ ਉਤਰਿਆ ਸੀ ਭਾਈ, ਉਹ ਖਰਚਾ ਪਾਣੀ ਦਿਓ, ਸਾਡਾ ਖਰਚਾ ਪਾਣੀ ਦਿਓ। ਇਸ ਕਰਕੇ ਮਤਲਬ ਇਹ ਕਿਸੇ ਨੂੰ ਡਿਫੇਮ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ, ਤੇ ਫਿਰ ਮਿਲਦੇ ਹਾਂ ਕੱਲ੍ਹ ਨੂੰ।